स्वागत है पीटीसी न्यूज़ ਦੇ ਵਿੱਚ ਸਾਰੇ ਦਰਸ਼ਕਾਂ ਦਾ ਤੇ ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਪੰਜਾਬ ਦੇ ਵਿੱਚ ਵਿੱਤੀ ਐਮਰਜੈਂਸੀ ਵਰਗੇ ਹਾਲਾਤ ਬਣੇ ਹੋਏ ਨੇ। ਇਹ ਕੁਝ ਧਿਰਾਂ ਕਹਿੰਦੀਆਂ ਨੇ, ਇਹ ਕਿਹੜੀਆਂ ਧਿਰਾਂ ਨੇ? ਜਿਨ੍ਹਾਂ ਦੇ ਵਿੱਚ ਮੁਲਾਜ਼ਮ ਜਥੇਬੰਦੀਆਂ ਵੀ ਸ਼ਾਮਲ ਨੇ, ਜਿਨ੍ਹਾਂ ਦੇ ਵਿੱਚ ਅਧਿਆਪਕ ਵੀ ਸ਼ਾਮਲ ਨੇ, ਜਿਨ੍ਹਾਂ ਦੇ ਵਿੱਚ ਕਿਸਾਨ ਭਾਈਚਾਰਾ ਵੀ ਸ਼ਾਮਲ ਹੈ। ਪਿਛਲੇ ਕਈ ਦਿਨਾਂ ਤੋਂ ਸੜਕਾਂ ਮਲੀਆਂ ਹੋਈਆਂ ਨੇ ਇਹਨਾਂ ਤਿੰਨਾਂ ਜਥੇਬੰਦੀਆਂ ਨੇ, ਕਿਉਂਕਿ ਅਧਿਆਪਕ ਇਸ ਲਈ ਮਾੜੇ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਨੇ ਕਿਉਂਕਿ ਵਾਅਦਾ ਕੁਝ ਹੋਰ ਸੀ ਔਰ ਵਫਾ ਕੁਝ ਹੋਰ ਕੀਤਾ ਜਾ ਰਿਹਾ। ਕਿਸਾਨਾਂ ਦੀ ਜਿਣਸ ਜਿਹੜੀ ਹੈ ਮੰਡੀਆਂ ਤੋਂ ਚੁੱਕੀ ਨਹੀਂ ਜਾ ਰਹੀ। ਹਵਾਲਾ ਦਿੱਤਾ ਜਾ ਰਿਹਾ ਹੈ ਕਿ ਉਹਨਾਂ ਦੇ ਵਿੱਚ ਨਮੀ ਜ਼ਿਆਦਾ ਹੈ, ਉਹਨਾਂ ਦੀ ਜਿਣਸ ਦੇ ਵਿੱਚ, ਇਸ ਕਰਕੇ ਚੁੱਕੀ ਨਹੀਂ ਜਾਏਗੀ। ਔਰ ਕਿਸਾਨ ਕਹਿ ਰਹੇ ਨੇ ਉਸ ਦੇ ਲਈ ਵੀ ਜ਼ਿੰਮੇਵਾਰ ਸਰਕਾਰ ਹੈ। ਸਰਕਾਰ ਨੇ ਝੋਨਾ ਲੇਟ ਲਵਾਇਆ ਜਿਸ ਕਰਕੇ ਨਮੀ ਖਤਮ ਨਹੀਂ ਹੋ ਸਕੀ ਤੇ ਹੁਣ ਸਾਡੀ ਫਸਲ ਜਿਹੜੀ ਉਹ ਚੱਕੀ ਨਹੀਂ ਜਾ ਰਹੀ। ਦੂਜੇ ਪਾਸੇ ਮੁਲਾਜ਼ਮ ਜਥੇਬੰਦੀਆਂ ਵੀ ਕਹਿ ਰਹੀਆਂ ਨੇ ਕਿ ਸਾਡਾ ਡੀਏ ਨਹੀਂ ਦਿੱਤਾ ਗਿਆ। ਕਈ ਥਾਵਾਂ ਤੇ ਇਹ ਵੀ ਗੱਲ ਸਾਹਮਣੇ ਆਈ ਕਿ ਦੀਵਾਲੀ ਕਾਲੀ ਰਹੀ ਹੈ, ਦੁੱਗਣੀ ਤਨਖਾਹ ਪੈ ਗਈ, ਜਿਹੜੇ ਅਕਾਊਂਟ ਸੀਗੇ ਉਹ ਬੰਦ ਕਰ ਦਿੱਤੇ ਗਏ, ਤਨਖਾਹ ਵੀ ਕਢਾਈ ਨਹੀਂ ਜਾ ਸਕੀ। ਇਸ ਕਰਕੇ ਸਾਰੇ ਜਥੇਬੰਦੀਆਂ ਦੇ ਵਿੱਚ ਰੋਹ ਹੈ ਔਰ ਇਹ ਰੋਹ ਹੁਣ ਵੱਧਦਾ ਜਾ ਰਿਹਾ ਹੈ। ਦੂਜੇ ਪਾਸੇ ਸਰਕਾਰ ਇਸ ਮਸਲੇ ਤੇ ਕੁਝ ਵੀ ਕਹਿੰਦੀ ਹੋਈ ਨਜ਼ਰ ਨਹੀਂ ਆ ਰਹੀ। ਪਿਛਲੇ ਇੱਕ ਹਫ਼ਤੇ ਦੇ ਜੇਕਰ ਤੁਸੀਂ ਹਾਈਲਾਈਟਸ ਦੇਖੋ ਤਾਂ ਕਿਤੇ ਵੀ ਤੁਹਾਨੂੰ ਇਹ ਨਜ਼ਰ ਨਹੀਂ ਆਉਂਦਾ ਕਿ ਸਰਕਾਰ ਨੇ ਕਿਸੇ ਪਾਸੇ ਕੋਈ ਹਲੀਮੀ ਵਰਗਾ ਵਤੀਰਾ ਅਪਣਾਇਆ ਹੋਵੇ, ਕਿਤੇ ਕਿਹਾ ਹੋਵੇ ਕਿ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ। ਉਹ ਵੱਖਰੀ ਗੱਲ ਹੈ ਕਿ ਅਧਿਆਪਕਾਂ ਨੂੰ ਵਾਰ-ਵਾਰ ਧਮਕੀਆਂ ਦਿੱਤੀਆਂ ਜਾਂਦੀਆਂ ਨੇ, ਟ੍ਰਾਂਸਫਰਸ ਉਹਨਾਂ ਦੀਆਂ ਦੂਰ ਦਰਾਡੇ ਜ਼ਰੂਰ ਕਰ ਦਿੱਤੀਆਂ ਜਾਂਦੀਆਂ ਨੇ, ਕਈਆਂ ਨੂੰ ਤਾਂ ਮੁਅੱਤਲ ਤੱਕ ਕਰ ਦਿੱਤਾ ਗਿਆ ਇਸ ਮਸਲੇ ਨੂੰ ਹੱਲ ਕਰਨ ਦੀ ਬਜਾਏ। ਇਸੇ ਤੇ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ ਕਿ ਆਖਰਕਾਰ ਕਿੱਥੇ ਖੜੀ ਹੈ ਸਰਕਾਰ, ਕਿਉਂਕਿ ਵਿਰੋਧੀ ਧਿਰਾਂ ਕਹਿੰਦੀਆਂ ਨੇ ਲਾਪਤਾ ਹੈ ਸਰਕਾਰ। ਸਾਡਾ ਖਾਸ ਮਹਿਮਾਨ ਨੇ, ਸਭ ਤੋਂ ਪਹਿਲਾਂ ਜਾਣ ਪਛਾਣ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਸਾਹਿਬ ਮੌਜੂਦ ਨੇ, ਬੁਲਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ। ਅਸ਼ਵਨੀ ਸੇਖੜੀ ਸਾਹਿਬ ਮੌਜੂਦ ਨੇ, ਸੀਨੀਅਰ ਆਰਗੇਨਾਈਜ਼ਰ ਨੇ ਪੰਜਾਬ ਕਾਂਗਰਸ ਦੇ। ਤਰਲੋਚਨ ਸਿੰਘ ਜੀ ਸੀਨੀਅਰ ਪੱਤਰਕਾਰ ਨੇ। ਮਨਜਿੰਦਰ ਸਿੰਘ ਸਿੱਧੂ ਪ੍ਰਧਾਨ ਨੇ ਆਪ ਯੂਥ ਵਿੰਗ ਪੰਜਾਬ ਦੇ। ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਮੈਂ ਸ਼ੁਰੂਆਤ ਤਰਲੋਚਨ ਸਿੰਘ ਜੀ ਤੁਹਾਡੇ ਤੋਂ ਕਰਾਂਗਾ। ਇੱਕ ਪੋਲੀਟੀਕਲ ਪਾਰਟੀ ਤੋਂ ਸ਼ੁਰੂਆਤ ਨਾ ਕਰਕੇ ਮੈਂ ਇੱਕ ਪੱਤਰਕਾਰ ਤੋਂ ਜਾਣਨਾ ਚਾਹਨਾ ਕਿ ਜਿਹੜੇ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਨੇ, ਭਾਵੇਂ ਮੁਲਾਜ਼ਮ ਹੋਣ, ਅਧਿਆਪਕ ਹੋਣ ਜਾਂ ਕਿਸਾਨ ਭਾਈਚਾਰਾ ਹੋਵੇ ਜਿਹੜਾ ਬਠਿੰਡਾ ਦੇ ਵਿੱਚ ਭੁੱਖ ਹੜਤਾਲ ਤੇ ਬੈਠਾ ਹੋਇਆ ਲੰਬੇ ਸਮੇਂ ਤੋਂ, ਕਿ ਇਹਨਾਂ ਦੀਆਂ ਸਮੱਸਿਆਵਾਂ ਹੱਲ ਨਹੀਂ ਹੋ ਰਹੀਆਂ। ਇੱਕ ਹੁੰਦਾ ਕਿ ਸਮੱਸਿਆ ਆ ਗਈ, ਸਰਕਾਰ ਜਦੋਜਹਿਦ ਕਰ ਰਹੀ ਹੈ, ਚਾਰਾਜੋਈ ਕਰ ਰਹੀ ਹੈ, ਸਮੱਸਿਆ ਹੱਲ ਹੋਣ ਵੱਲ ਕੁਝ ਨਜ਼ਰ ਆਉਂਦਾ ਹੋਏ। ਇੱਕ ਹੁੰਦਾ ਕਿ ਇਹਨਾਂ ਮਸਲਿਆਂ ਨੂੰ ਗੰਭੀਰਤਾ ਨਾਲ ਲੈਣਾ ਹੀ ਨਹੀਂ, ਵੇਖਣਾ ਹੀ ਨਹੀਂ, ਅੱਖੋਂ ਪਰੋਖੇ ਕਰਨਾ। ਅਜਿਹੀ ਤਸਵੀਰ ਬਣਦੀ ਨਜ਼ਰ ਆ ਰਹੀ ਹੈ? ਤੁਹਾਨੂੰ ਲੱਗਦਾ ਕਿ ਇਹਨਾਂ ਸਮੱਸਿਆਵਾਂ ਦਾ ਹੱਲ ਹੁੰਦਾ ਨਜ਼ਰ ਆ ਰਿਹਾ ਜਾਂ ਕੋਈ ਚਾਰਾਜੋਈ ਹੋ ਵੀ ਰਹੀ ਹੈ? ਹਰਪ੍ਰੀਤ ਜੀ, ਹੁਣੇ ਤੁਸੀਂ ਗੱਲ ਕਰ ਰਹੇ ਵੀ ਮੁਲਾਜ਼ਮਾਂ ਦਾ ਡੀਏ ਨਹੀਂ ਮਿਲਿਆ। ਡੀਏ ਤੇ ਛੱਡੋ, ਤੁਸੀਂ ਅੱਜ ਦੀ ਡੇਟ ਤੱਕ ਸੂਬੇ ਦੇ ਮੁਲਾਜ਼ਮਾਂ ਨੂੰ ਅਕਤੂਬਰ ਮਹੀਨੇ ਦੀ ਤਨਖਾਹ ਨਹੀਂ ਮਿਲੀ। ਜਿਵੇਂ ਮੈਂ ਕਹਿੰਦਾ ਸ਼ਾਇਦ ਪੰਜਾਬ ਸਰਕਾਰ ਤੇ ਖੁਸ਼ ਹੋਣੀ ਆ ਜਿਹੜੀ ਵਿੱਤੀ ਸੰਕਟ ਫਸੀ ਰਹਿੰਦੀ ਆ। ਆਰਬੀਆਈ ਨੇ 1 ਨਵੰਬਰ ਨੂੰ ਅਕਤੂਬਰ ਦੀਆਂ ਤਨਖਾਹਾਂ ਮੁਲਾਜ਼ਮਾਂ ਦੇ ਬੈਂਕ ਖਾਤਿਆਂ 'ਚ ਪਾਈਆਂ। ਤਕਨੀਕੀ ਨੁਕਸ ਕਰਕੇ ਹਜ਼ਾਰਾਂ ਮੁਲਾਜ਼ਮਾਂ ਦੇ ਖਾਤਿਆਂ 'ਚ ਡਬਲ ਤਨਖਾਹਾਂ ਚਲ ਗਈਆਂ। ਉਹ ਡਬਲ ਦੀ ਥਾਂ ਜਿਹੜੇ ਮੁਲਾਜ਼ਮ ਸੀ ਉਹਨਾਂ ਦੇ ਅਕਾਊਂਟ ਹੋਲਡ ਕਰਨ ਦਾ ਯਤਨ ਕੀਤਾ, ਪਰ ਗੱਲ ਨਹੀਂ ਬਣੀ। ਤੇ ਅੱਜ ਤੱਕ ਸਾਰੇ ਪੰਜਾਬ ਦੇ ਮੁਲਾਜ਼ਮਾਂ ਦੇ ਬੈਂਕ ਖਾਤੇ ਜਿਹੜੇ ਉਹਨੂੰ ਸੀਲ ਵੀ ਕਹਿ ਸਕਦੇ, ਹੋਲਡ ਕਰਤੇ ਨੇ। ਔਰ ਦੁਖਾਂਤ ਇਹ ਹੈ ਵੀ ਤਨਖਾਹਾਂ ਤੋਂ ਵੱਖਰੀ ਜਿਹੜੀ ਉਹਨਾਂ ਦੀ ਆਪਣਾ ਉੱਥੇ ਰਾਸ਼ੀ ਹੈ ਬੈਂਕਾਂ 'ਚ, ਉਹ ਵੀ ਅੱਜ ਤੱਕ ਨਹੀਂ ਕਢਾਈ ਗਈ। ਇਹ ਦੀਵਾਲੀ ਦੇ ਮੌਕੇ ਮੁਲਾਜ਼ਮਾਂ ਨਾਲ ਕੀਤਾ ਗਿਆ। ਜਿਹੜੀ ਤੁਸੀਂ ਗੱਲ ਕੀਤੀ ਹੈ, ਬਿਲਕੁਲ ਤੁਸੀਂ ਠੀਕ ਕਹਿ ਰਹੇ ਜੇ। ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਵੀ ਚੁਫੇਰੇ ਰੌਲਾ ਪਿਆ ਹੈ ਪੰਜਾਬ 'ਚ, ਵਿੱਤੀ ਸੰਕਟ ਹੈ ਜੋ ਵੀ ਹੈ, ਪਰ ਸਾਨੂੰ ਪੰਜਾਬ ਸਕੱਤਰੇਤ 'ਚ ਕਦੀ ਵੀ ਨਹੀਂ ਇਹ ਦੱਸਿਆ ਵੀ ਵਿੱਤ ਵਿਭਾਗ, ਮੁੱਖ ਮੰਤਰੀ ਜਾਂ ਕੋਈ ਹੋਰ ਅਦਾਰਾ ਜਿਹੜਾ ਹੈ ਉਹ ਚਿੰਤਤ ਹੋ ਕੇ ਕੋਈ ਮੀਟਿੰਗ ਕਰ ਰਿਹਾ, ਚਿੰਤਤ ਹੋ ਕੇ ਕਿਤੇ ਦਿੱਲੀ ਜਾ ਕੇ ਕਿਤੇ ਹਾੜਾ ਮਾਰ ਰਿਹਾ, ਜਾਂ ਕਿਸੇ ਢੰਗ ਨਾਲ ਇਹ ਕੋਸ਼ਿਸ਼ ਕਰ ਰਿਹਾ ਵੀ ਵਿੱਤੀ ਸਰੋਤ ਕਿਵੇਂ ਪੈਦਾ ਕੀਤੇ ਜਾਣ ਜਾਂ ਵਿੱਤੀ ਸੰਕਟ ਚੋਂ ਕਿਵੇਂ ਨਿਕਲਿਆ ਜਾਵੇ। ਦੂਸਰੀ ਗੱਲ, ਜਿਹੜੇ ਪੰਜਾਬ ਦੇ ਮੁਲਾਜ਼ਮ ਨੇ, ਇਹ ਸਰਕਾਰੀ ਮਸ਼ੀਨਰੀ ਨੇ, ਇਹਨਾਂ ਨੇ ਸਾਰੀ ਮਸ਼ੀਨਰੀ ਚਲਾਉਣੀ ਹੈ ਔਰ ਪੰਜਾਬ ਸਰਕਾਰ ਦੀਆਂ ਜਿੰਨੀਆਂ ਸਹੂਲਤਾਂ ਨੇ, ਸੇਵਾਵਾਂ ਨੇ, ਇਹ ਆਮ ਜਨਤਾ ਨੂੰ ਦੇਣੀ ਹੈ। ਹਰਪ੍ਰੀਤ ਜੀ, ਪੰਜਾਬ ਦੀ ਹਿਸਟਰੀ 'ਚ, ਕਿਉਂਕਿ ਮੈਂ ਮੁਲਾਜ਼ਮਾਂ ਨੂੰ ਕਈ ਸਾਲਾਂ ਤੋਂ ਕਵਰ ਕਰਦਾ ਆ ਰਿਹਾ, ਇਹ ਫਸਟ ਮੌਕਾ ਆ, ਪਹਿਲਾ ਚਾਂਸ ਹੈ। ਇਹ ਦੁਖਾਂਤ ਕਵਾਂਗੇ ਪੰਜਾਬ ਦਾ। ਜਨਵਰੀ 2017 ਤੋਂ ਲੈ ਕੇ ਇਹ ਜੁਲਾਈ 2018 ਤੱਕ ਪੰਜਾਬ ਦੇ ਮੁਲਾਜ਼ਮਾਂ ਦੀਆਂ 4 ਡੀਏ ਦੀਆਂ ਕਿਸ਼ਤਾਂ 16% ਜਿਹੜੀਆਂ ਨੇ ਇਹ ਪੂਰੀਆਂ ਦੀਆਂ ਪੂਰੀਆਂ ਰੋਕੀਆਂ ਪਈਆਂ ਨੇ। ਔਰ ਨਾਲ ਦੀ ਨਾਲ ਸਾਰੇ ਹਿੰਦੁਸਤਾਨ ਦੇ ਮੁਲਾਜ਼ਮਾਂ ਨੂੰ ਪੇ ਕਮਿਸ਼ਨ ਜਿਹੜਾ 7ਵਾਂ ਕੇਂਦਰ ਦਾ ਸੀ, ਉਹਦੀ ਰਿਪੋਰਟ ਦੇ ਆਧਾਰ ਤੇ 1 ਜਨਵਰੀ 2016 ਤੋਂ ਉਹਨਾਂ ਦੀਆਂ 10 ਸਾਲ ਦਾ ਜਿਹੜਾ ਫਾਰਮੂਲਾ ਪੇ ਰਿਵਾਈਜ਼ ਕਰਨੀ ਹੁੰਦੀ, ਸੁੱਧ ਨਹੀਂ ਹੁੰਦੀ, ਉਹ ਵਧਾ ਦਿੱਤੀਆਂ ਨੇ। ਪਰ ਪੰਜਾਬ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ
ਛੇਵਾਂ ਤਨਖਾਹ ਕਮਿਸ਼ਨ ਕਦੋਂ ਸੋਧ ਕਰੇਗਾ ਇਹਦੇ ਬਾਰੇ ਸਰਕਾਰ ਕੁਝ ਕਹਿਣ ਲਈ ਤਿਆਰ ਨਹੀਂ ਹੈ। ਚਲੋ ਮੈਂ ਵਾਪਸ ਆਣਾ, ਆਪਾਂ ਥੋੜਾ ਸਾਰੇ ਤੋਂ ਪਹਿਲਾਂ ਲੈ ਲਈਏ ਸਟਾਰਟਿੰਗ 'ਚ। ਧਾਰਨੀ ਸਾਹਿਬ, ਹੁਣ ਗੱਲ ਇਹ ਹੈ ਕਿ ਜਿਹੜੀਆਂ ਚੀਜ਼ਾਂ ਦੀ ਆਪਾਂ ਗੱਲ ਕਰ ਰਹੇ ਹਾਂ, ਜੇ ਅਸੀਂ ਕਾਂਗਰਸ ਨੂੰ ਪੁੱਛਦੇ ਹਾਂ ਤਾਂ ਅੱਜ ਹੁਣੇ ਮੈਂ ਪ੍ਰੈਸ ਨੋਟ ਕੈਪਟਨ ਸਾਹਿਬ ਦਾ ਪੜ੍ਹਿਆ ਤੇ ਕੈਪਟਨ ਸਾਹਿਬ ਨੇ ਇਹ ਭਰੋਸਾ ਦਿੱਤਾ ਕਿ ਇੱਕ ਅੰਨ ਦਾ ਦਾਣਾ ਜਿਹੜਾ ਉਹ ਮੰਡੀਆਂ ਦੇ ਵਿੱਚੋਂ ਕਿਸਾਨਾਂ ਦਾ ਚੁੱਕਿਆ ਜਾਏਗਾ। ਪਰ ਵੱਡੀ ਗੱਲ ਇਹ ਹੈ ਕਿ ਦੀਵਾਲੀ ਦਾ ਦਿਨ ਵੀ ਮੰਡੀਆਂ ਦੇ ਵਿੱਚ ਬੀਤਿਆ, ਉਸ ਤੋਂ ਬਾਅਦ ਲਗਾਤਾਰ ਠੰਡ ਵੀ ਸ਼ੁਰੂ ਹੋ ਗਈ ਹੈ, ਰਾਤਾਂ ਕਿਸਾਨਾਂ ਦੀਆਂ ਮੰਡੀਆਂ 'ਚ ਬਤੀਤ ਹੋ ਰਹੀਆਂ ਨੇ। ਉਹਨਾਂ ਨੂੰ ਇਹ ਡਰ ਵੀ ਰਹਿੰਦਾ ਕਿ ਉਹਨਾਂ ਦੀ ਜਿਹੜੀ ਜਿਣਸ ਆ ਉਹ ਵੀ ਚੋਰੀ ਹੁੰਦੀ ਹੈ, ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਕਿ ਬਰਸਾਤ ਜੇ ਆ ਗਈ ਤਾਂ ਉਹਦਾ ਵੀ ਨੁਕਸਾਨ ਹੈਗਾ, ਔਰ ਜਿੰਨਾ ਲੇਟ ਹੁੰਦੀ ਜਾ ਰਹੀ ਹੈ ਦਾਣਾ ਕਾਲਾ ਪੈਂਦਾ ਜਾ ਰਿਹਾ ਉਹਦਾ ਵੀ ਨੁਕਸਾਨ ਹੈ। ਪਰ ਅਜਿਹੇ ਦੇ ਵਿੱਚ ਸਰਕਾਰ ਵੱਲੋਂ ਸਿਰਫ ਇਹ ਕਿਹਾ ਜਾਣਾ ਕਿ ਹੋਏਗਾ, ਅਸੀਂ ਗੱਲ ਕਰ ਰਹੇ ਹਾਂ, ਚਿੱਠੀ ਲਿਖੀ ਹੈ, ਤੁਹਾਨੂੰ ਲੱਗਦਾ ਕਿ ਇਹ ਫੋਕੇ ਤਰਵਾਸ ਨੇ? ਬਿਲਕੁਲ, ਦੇਖੋ ਹਰਪ੍ਰੀਤ ਜੀ, ਇਹ ਜਿਹੜਾ ਸਾਰੇ ਦਾ ਸਾਰਾ ਸਿਸਟਮ ਹੈ ਜਿਵੇਂ ਇਹਨਾਂ ਨੇ ਗੱਲ ਕੀਤੀ ਹੈ, ਦੇਖੋ ਅੱਜ ਪੰਜਾਬ ਜਿਹੜਾ ਹੈਗਾ ਵਿੱਤੀ ਸੰਕਟ ਦੇ ਵਿੱਚ ਹੈਗਾ, ਔਰ ਇਹ ਜਿਹੜੀਆਂ ਹੈਗੀਆਂ ਇਹਨਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਹੈਗਾ। ਕਿਉਂਕਿ ਪਹਿਲਾਂ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਮੇਰਾ ਖਿਆਲ ਨਹੀਂ ਵੀ ਤੁਸੀਂ ਇੱਕ ਵੀ ਕੋਈ ਇਹੋ ਜਿਹਾ ਦੇਖਿਆ ਹੋਊਗਾ ਕਿ ਟੀਚਰਾਂ ਨੂੰ ਕਦੇ ਤਨਖਾਹ ਟਾਈਮ ਤੇ ਨਾ ਦਿੱਤੀ ਗਈ ਹੋਵੇ ਜਾਂ ਕਿਸਾਨਾਂ ਦਾ ਜਿਹੜਾ ਹੈਗਾ ਉਹ ਰੁਲਿਆ ਹੋਵੇ। ਤੇ ਜਿਹੜਾ ਹੁਣ ਅੱਜ ਦੇ ਹਾਲਾਤ ਪੈਦਾ ਹੋ ਗਏ, ਦੇਖੋ ਆਪਾਂ ਮੋٹے ਤੌਰ ਤੇ ਜਦੋਂ ਗੱਲ ਸ਼ੁਰੂ ਕਰਦੇ ਆ ਨਾ, ਉਹ ਹਾਲਾਤ ਤਾਂ ਤੁਸੀਂ ਬਣਾ ਕੇ ਗਏ ਹੋ ਨਾ, ਕਾਂਗਰਸ ਤਾਂ ਕਹਿੰਦੀ ਹੈ ਹਾਲਾਤ ਤੁਹਾਡੇ ਬਣਾਏ ਹੋਏ ਨੇ, ਤੁਸੀਂ ਖਜ਼ਾਨਾ ਖਾਲੀ ਕਰਕੇ ਹੁਣ ਉਹਨਾਂ ਦੇ ਕੋਲ ਕੁਝ ਹੈ ਨਹੀਂ। ਨਹੀਂ, ਦੇਖੋ ਖਜ਼ਾਨਾ ਕੀ ਭਰਨ ਵਾਸਤੇ ਹੁੰਦਾ ਹਰਪ੍ਰੀਤ ਜੀ? ਖਜ਼ਾਨਾ ਭਰ ਕੇ ਰੱਖਣ ਵਾਸਤੇ ਹੁੰਦਾ। ਜੇ ਕਿਸੇ ਸੂਬੇ ਦੀ ਡਿਵੈਲਪਮੈਂਟ ਕਰਨੀ ਹੋਵੇ, ਜੇ ਕਿਸੇ ਕੰਟਰੀ ਦੀ ਡਿਵੈਲਪਮੈਂਟ ਕਰਨੀ ਹੋਵੇ ਤਾਂ ਖਜ਼ਾਨੇ ਦੇ ਵਿੱਚੋਂ ਪੈਸੇ ਕੱਢ ਕੇ ਲੋਕਾਂ ਦੀ ਡਿਵੈਲਪਮੈਂਟ ਤੇ ਲਾਉਣੇ ਹੁੰਦੇ ਆ। ਔਰ ਉਹ ਡਿਵੈਲਪਮੈਂਟ ਜਿਹੜੀ ਸਾਡੇ ਟਾਈਮ ਦੀ ਹੈਗੀ ਡਿਵੈਲਪਮੈਂਟ ਦਿਖਦੀ ਹੈ ਲੋਕਾਂ ਦੇ ਸਾਹਮਣੇ। ਦੇਖੋ ਜਿਹੜੀਆਂ ਰੋਡਸ ਅਕਾਲੀ ਦਲ ਦੇ ਟਾਈਮ ਤੇ ਬਣ ਗਈਆਂ, ਚਾਹੇ ਉਹ ਚੰਡੀਗੜ੍ਹ ਟੂ ਬਠਿੰਡਾ ਲਾ ਲਓ ਜਾਂ ਇਹ ਦੂਸਰੀਆਂ ਲਾ ਲਓ, ਇੱਥੇ ਤੋਂ ਹੁਣ ਆ ਬਣ ਰਹੀ ਹੈਗੀ ਆ, ਜਾਂ 에ਅਰਪੋਰਟ ਦਾ ਮਾਮਲਾ ਲੈ ਲਓ। ਨਹੀਂ ਪਰ ਗੱਲ ਤਾਂ ਨਾ ਹੁਣ ਉਹ ਗੱਲਾਂ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਰੋਟੀ ਦਾ ਸਵਾਲ ਪੈਦਾ ਹੋ ਗਿਆ। ਨਹੀਂ ਫਿਰ ਮੈਂ ਉਹੀ ਗੱਲ ਕਰਦਾ ਨਾ, ਦੇਖੋ ਰੋਟੀ ਦੀ ਗੱਲ ਤੇ ਵੀ ਆਈ ਹੈ ਨਾ। ਦੇਖੋ ਮੈਂ ਤੁਹਾਨੂੰ ਹਰਪ੍ਰੀਤ ਜੀ ਇੱਕ ਗੱਲ ਕਰਦਾ ਕਿ ਇਹਨਾਂ ਨੇ ਜਦੋਂ ਕਾਂਗਰਸ ਨੇ ਇਲੈਕਸ਼ਨ ਲੜੀ ਸੀ, ਉਹ ਕੁਝ ਬਹੁਤ ਸਾਰੇ ਮੁੱਦਿਆਂ ਤੇ ਇਲੈਕਸ਼ਨ ਲੜੀ ਸੀ, ਔਰ ਉਹ ਮੁੱਦੇ ਜਿਹੜੇ ਹੈਗੇ ਆ ਇਹਨਾਂ ਦਾ ਮੈਨੀਫੈਸਟੋ ਸੀ। ਉਹ ਮੈਨੀਫੈਸਟੋ ਜਿਹੜਾ ਹੈਗਾ ਸੀ, ਉਸ ਮੈਨੀਫੈਸਟੋ ਨੂੰ ਤਾਂ ਉਹਨਾਂ ਨੇ ਦਰਕਨਾਰ ਕਰਤਾ, ਉਸ ਦੀ ਤਾਂ ਹੁਣ ਗੱਲ ਹੀ ਛੱਡਤੀ, ਉਹਨਾਂ ਨੇ ਗੱਲ ਭੁੱਲੇ ਗਏ ਉਹਦੀ ਤਾਂ। ਜਦੋਂ ਸਰਕਾਰ ਬਣੀ, ਸਰਕਾਰ ਬਣਨ ਤੋਂ ਬਾਅਦ ਜਿਹੜੀ ਇਹਨਾਂ ਨੇ ਪਹਿਲੀਆਂ ਗੱਲਾਂ ਕੀਤੀਆਂ ਮੈਂ ਤੁਹਾਨੂੰ ਦੱਸਦਾ, ਮੋਟੀਆਂ ਪਹਿਲੀ ਗੱਲ ਕੀ ਕੀਤੀ ਜੀ, ਸਿਆਣਪ ਦੀਆਂ ਗੱਲਾਂ ਮੈਂ ਤੁਹਾਨੂੰ ਦੱਸਦਾ ਕਿ ਕਿੰਨੀ ਕੁ ਸਿਆਣਪ ਇਹਨਾਂ ਦੀ ਹੋ ਸਕਦੀ ਹੈ। ਆਖੇ ਜੀ ਅਸੀਂ ਟਰੱਕ ਯੂਨੀਅਨਾਂ ਤੋੜਾਂਗੇ। ਦੱਸੋ ਟਰੱਕ ਯੂਨੀਅਨ ਦਾ ਸਰਕਾਰ ਦੇ ਨਾਲ ਜਾਂ ਲੋਕਾਂ ਦੀ ਡਿਵੈਲਪਮੈਂਟ ਦੇ ਨਾਲ ਕੀ ਤਾਲੁਕ ਹੈਗਾ? ਦੂਜਾ ਇਹਨਾਂ ਨੇ ਜੀ ਡੀਟੀਓ ਆਫਿਸ ਤੋੜਤੇ, ਆਰਟੀਓ ਬਣਾਤੇ, ਆਰਟੀਓ 4 ਜ਼ਿਲ੍ਹਿਆਂ ਦੇ ਉੱਤੇ ਇੱਕ ਆਰਟੀਓ ਲਾਤਾ, ਔਰ ਲੋਕ ਜਿਹੜੇ ਹੈਗੇ ਤਰਾਹ ਕਰਦੇ ਫਿਰਦੇ ਆ। ਉਹਨਾਂ ਦਾ ਮੈਂ ਤੁਹਾਨੂੰ ਦੱਸਦਾ ਕਿ ਟੈਕਸ ਜਿਹੜੇ ਹੈਗੇ ਸੀ ਕਿੰਨੇ ਵਧਾਤੇ। ਟੈਕਸ ਮੇਰੇ ਕੋਲ ਉਹਨਾਂ ਦੀ ਮੈਂ ਟੈਕਸ ਸਲੈਬ ਲੈ ਕੇ ਆਇਆ ਸੀ ਕਿ ਜਿਹੜੇ ਛੋਟੀ ਗੱਡੀ, ਜਿਹੜਾ ਚਿੱਟਾ ਹਾਥੀ ਜਿਹਨੂੰ ਛੋਟਾ ਹਾਥੀ ਕਹਿੰਦੇ ਆ, ਇਹਨਾਂ ਦੀ ਸਲੈਬ ਜਿਹੜੀ ਸੀ 6000 ਰੁਪਇਆ ਸੀ, ਇਹ ਚੱਕ ਕੇ 7000 ਕਰਤੀ, ਜਿਹਦੇ ਨਾਲ ਗਰੀਬ ਆਦਮੀ ਰੋਟੀ ਬਣਾਉਂਦਾ ਸੀ। ਜਿਹੜੀ 6 ਟਾਇਰਾਂ ਵਾਲੀ ਗੱਡੀ ਸੀ ਉਹਦੀ 6000 ਤੋਂ 7000 ਤੋਂ ਚੱਕ ਕੇ ਸਿੱਧੀ 9500 ਰੁਪਇਆ ਕਰਤੀ। ਕਹਿਣ ਦਾ ਭਾਵ ਕੀ ਹੈ ਤੁਹਾਡਾ? ਕਹਿਣ ਦਾ ਭਾਵ ਹੈ ਕਿ ਖਜ਼ਾਨਾ ਖਾਲੀ ਨਹੀਂ ਹੈ, ਪੈਸਾ ਤਾਂ ਇਕੱਠਾ ਕਰ ਰਹੇ ਆ ਪਰ ਲਗਾ ਨਹੀਂ ਰਹੇ। ਖਜ਼ਾਨਾ ਖਾਲੀ ਕਿਤੇ ਹੈ। ਠੀਕ ਹੈ, ਸਾਰਿਆਂ ਤੋਂ ਮੈਂ ਰਿਪਲਾਈ ਲੈ ਲਾਂ। ਇੱਕ ਮਿੰਟ ਆਣਾ, ਸਿੱਧੂ ਸਾਹਿਬ ਤੋਂ ਵੀ ਰਿਪਲਾਈ ਲੈ ਲਾਂ। ਸਿੱਧੂ ਸਾਹਿਬ, ਜਿਵੇਂ ਦੇ ਹਾਲਾਤ ਆਪਾਂ ਸਕਰੀਨ ਤੇ ਵੀ ਦੇਖ ਰਹੇ ਹਾਂ ਕਿ ਕਿਸਾਨ ਭਾਈਚਾਰਾ ਵੀ ਐਜੀਟੇਸ਼ਨ ਕਰ ਰਿਹਾ, ਔਰ ਅਧਿਆਪਕ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਐਜੀਟੇਸ਼ਨ ਕਰਨ ਦੇ ਲਈ, ਮੁਲਾਜ਼ਮ ਵਰਗ ਵੀ ਦੁਖੀ ਹੈ। ਜੇ ਵਿੱਤੀ ਸੰਕਟ ਹੈਗਾ ਤਾਂ ਉਸ ਨੂੰ ਸੁਲਝਾਉਣ ਦੀ ਜ਼ਿੰਮੇਵਾਰੀ ਵੀ ਸਰਕਾਰ ਦੀ ਹੈਗੀ ਹੈ। ਤੁਹਾਨੂੰ ਲੱਗਦਾ ਕਿ ਜ਼ਿੰਮੇਵਾਰੀ ਨਿਭਾਉਣ ਦੀ ਕੋਸ਼ਿਸ਼ ਵੀ ਕਿਤੇ ਨਜ਼ਰ ਆ ਰਹੀ ਹੈ ਸਰਕਾਰ ਦੀ? ਹਰਪ੍ਰੀਤ ਜੀ, ਗੱਲ ਇਹ ਹੈ ਕਿ ਜਿਹੜਾ ਅੱਜ ਪੰਜਾਬ ਦੇ ਵਿੱਚ ਵਿੱਤੀ ਸੰਕਟ ਹੈ, ਇਹਦਾ ਜਿਹੜਾ ਮੁੱਢ ਹੈ ਇਹ ਕਾਂਗਰਸ ਤੇ ਅਕਾਲੀ ਦਲ ਭਾਜਪਾ ਗੱਠਜੋੜ ਸਰਕਾਰ ਦੋਵਾਂ ਨੇ ਰਲ ਕੇ ਬੰਨਿਆ। ਤੇ ਪਹਿਲਾਂ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤਾਂ ਉਦੋਂ ਕਾਂਗਰਸ ਵਿਰੋਧੀ ਧਿਰ ਦੇ ਵਿੱਚ ਸੀ, ਤਾਂ ਅਕਾਲੀ ਦਲ ਨੂੰ ਭੰਡਦੀ ਸੀ ਕਿ ਅਕਾਲੀ ਦਲ ਨੇ ਪੰਜਾਬ ਬਰਬਾਦ ਕਰਤਾ। ਅੱਜ ਕਾਂਗਰਸ ਦਾ ਰਾਜ ਹੈ ਤੇ ਅਕਾਲੀ ਦਲ ਵਾਲੇ ਭੰਡ ਰਹੇ ਨੇ ਕਿ ਕਾਂਗਰਸ ਨੇ ਪੰਜਾਬ ਬਰਬਾਦ ਕਰਤਾ। ਇਸ ਤੋਂ ਇਸ ਗੱਲ ਦੇ ਤਾਂ ਮੋਹਰ ਲੱਗਦੀ ਹੈ ਕਿ ਪੰਜਾਬ ਨੂੰ ਬਰਬਾਦ ਦੋਵਾਂ ਧਿਰਾਂ ਨੇ ਰਲ ਕੇ ਕੀਤਾ ਹੈ। ਤਾਂ ਇਸ ਤੋਂ ਇਹ ਵੀ ਗੱਲ ਕਲੀਅਰ ਹੈ ਕਿ ਪੰਜਾਬ ਨੂੰ ਅਜੇ ਤੱਕ ਕਿਤੇ ਵੀ ਯੋਗ ਲੀਡਰਾਂ ਦੀ ਜਿਹੜੀ ਅਗਵਾਈ ਨਹੀਂ ਮਿਲੀ। ਸਿਰਫ ਜੇ ਕਹਿ ਲਿਆ ਜਾਵੇ ਕਿ ਅੱਜ ਪੰਜਾਬ ਦੇ ਹਾਲਾਤ ਨੇ ਤਾਂ ਇਹ ਜੁਗਾੜੀ ਸਿਸਟਮ ਨਾਲ ਹੀ ਜਿਹੜੀਆਂ ਸਰਕਾਰਾਂ ਉਹ ਚਲਾਈਆਂ ਜਾ ਰਹੀਆਂ ਨੇ। ਜੇ ਆਪਾਂ ਹੁਣ ਗੱਲ ਕਰੀਏ ਕਿ ਕਾਂਗਰਸ ਕਹਿੰਦੀ ਸੀ ਅਸੀਂ ਕਿਸਾਨਾਂ ਦੇ ਕਰਜ਼ੇ ਮਾਫ ਕਰਤੇ ਨੇ, ਤਾਂ ਅੱਜ ਤੋਂ ਪਰਸੋਂ ਹੀ ਅਜੇ 4 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਤਾਂ ਜੇ ਉਹਨਾਂ ਨੇ ਖੁਦਕੁਸ਼ੀ ਕੀਤੀ ਹੈ, ਉਹਨਾਂ ਨੇ ਕਰਜ਼ੇ ਦੀ ਮਾਰ ਕਾਰਨ ਕੀਤੀ ਹੈ, ਤਾਂ ਫਿਰ ਕਾਂਗਰਸ ਦੱਸੇ ਕਿ ਇਹਨਾਂ ਨੇ ਕਿਹਦਾ ਕਰਜ਼ਾ ਜਿਹੜਾ ਉਹ ਮਾਫ ਕੀਤਾ ਸੀ। ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਮਾਸਟਰ ਟੀਚਰ ਇਸ ਗੱਲ ਤੇ ਸੰਘਰਸ਼ ਕਰ ਰਹੇ ਹੋਣ
ਕਿ ਤਨਖਾਹਾਂ ਵਧਾਉਣ ਦੇ ਲਈ ਨਹੀਂ ਕਿ ਸਾਡੀਆਂ ਜਿੰਨੀਆਂ ਹੈਗੀਆਂ ਸੀ ਉਨੀਆਂ ਹੀ ਰਹਿਣ ਦਿਓ। ਸੋ ਇਹ ਜਿਹੜੀ ਆਪਾਂ ਪੰਜਾਬ ਹੈ ਆਪਣਾ, ਇਹਦੀ ਆਰਥਿਕ ਸਥਿਤੀ ਹੈ ਇਸ ਵਕਤ ਜਿਹੜੀ ਆ ਪੂਰੀ ਡਾਵਾਡੋਲ ਹੋ ਚੁੱਕੀ ਹੈ। ਸੋ ਇਹਦੇ ਲਈ ਜਿਹੜਾ ਇਹਨਾਂ ਨੂੰ ਇੱਕ ਦੂਜੇ ਦੇ ਕਿੰਤੂ ਪਰੰਤੂ ਕਰਨੋਂ ਛੱਡ ਕੇ ਤਾਂ ਪੰਜਾਬ ਦੇ ਲੋਕਾਂ ਬਾਰੇ ਸੋਚਣਾ ਚਾਹੀਦਾ ਤੇ ਚੰਗੀ ਜਿਹੜੀ ਹੈ ਨੀਤੀ ਉਹ ਬਣਾਉਣੀ ਚਾਹੀਦੀ ਹੈ। ਚਲੋ ਮੈਂ ਇਹਦਾ ਜਵਾਬ ਪਹਿਲਾਂ ਸੇਖੜੀ ਸਾਹਿਬ ਤੋਂ ਲੈ ਲਾਂ। ਸੇਖੜੀ ਸਾਹਿਬ, ਤਿੰਨੇ ਬੁਲਾਰਿਆਂ ਤੋਂ ਤੁਸੀਂ ਗੱਲ ਸੁਣ ਲਈ ਹੈ ਔਰ ਜਿਵੇਂ ਤੇ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਨੇ, ਖਾਸ ਤੌਰ ਤੇ ਤਿੰਨ ਵਰਗ ਜਿਹੜੇ ਮੈਂ ਤੁਹਾਨੂੰ ਗਿਣਾਏ ਨੇ ਉਹ ਤਿੰਨੋਂ ਵਰਗ ਖਾਸੇ ਦੁਖੀ ਨੇ। ਚਲੋ ਹਾਲਾਤ ਸਮੇਂ ਦੀਆਂ ਸਰਕਾਰਾਂ ਸਾਹਮਣੇ ਆਉਂਦੇ ਰਹਿੰਦੇ ਨੇ ਔਰ ਉਹਨਾਂ ਦੇ ਹੱਲ ਵੀ ਹੁੰਦੇ ਰਹਿੰਦੇ ਨੇ, ਪਰ ਵੱਡਾ ਦੁੱਖ ਤੇ ਗੰਭੀਰ ਮਸਲਾ ਔਰ ਫਿਕਰ ਕਰਨ ਵਾਲਾ ਮਸਲਾ ਇਹ ਹੈ ਕਿ ਸਰਕਾਰ ਦੀ ਗੰਭੀਰਤਾ ਕਿਤੇ ਦਿਖਾਈ ਨਹੀਂ ਦਿੰਦੀ ਤਿੰਨੇ ਮਸਲਿਆਂ ਤੇ, ਭਾਵੇਂ ਅਧਿਆਪਕਾਂ ਦਾ ਮਸਲਾ ਹੋਵੇ, ਕਿਸਾਨਾਂ ਦਾ ਮਸਲਾ ਹੋਵੇ ਜਾਂ ਮੁਲਾਜ਼ਮਾਂ ਦਾ ਮਸਲਾ ਹੋਵੇ। ਨਾ ਤਾਂ ਕੋਈ ਸਟੇਟਮੈਂਟ ਐਵੇਂ ਦੀ ਆਉਂਦੀ ਹੈ, ਨਾ ਕੋਈ ਚਾਰਾਜੋਈ ਦਿਖ ਰਹੀ ਹੈ, ਨਾ ਕੋਈ ਮੀਟਿੰਗ ਦਿਖ ਰਹੀ ਹੈ, ਨਾ ਕੋਈ ਸੁਲਹ ਸਫਾਈ ਦਿਖ ਰਹੀ ਹੈ। ਅਜਿਹੇ ਦੇ ਵਿੱਚ ਇਹ ਮਸਲੇ ਹੱਲ ਕਿਵੇਂ ਹੋਣਗੇ? देखो इस तरह है हरप्रीत जी, कोई भी समस्या होवे जी, कोई भी लंबी बीमारी होवे पहला डायग्नोस करना पैदा है कि ਉਹਦੇ ਕਾਰਨ ਕੀ ਨੇ, ਉਹ ਬਿਮਾਰੀ ਆਇਡੈਂਟੀਫਾਈ ਕਰਨੀ ਪੈਂਦੀ ਹੈ। ਆ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਸੰਕਟ ਆਇਆ ਦਾ ਵਾ, ਜਿਹੜਾ ਕਿ ਇਕਨੋਮਿਕ ਪੈਸੇ ਦੀ ਸ਼ਾਰਟੇਜ ਜਿਹੜੀ ਹੈ ਸਰਕਾਰ ਨੂੰ ਚਲਾਉਣ ਚ ਆ ਰਹੀ ਹੈ, ਇਹਦੇ ਕਾਰਨ ਨੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ 5 ਵਾਰੀ ਚੀਫ ਮਿਨਿਸਟਰ ਰਹੇ, ਮੁੱਖ ਮੰਤਰੀ ਰਹੇ ਔਰ 5 ਵਾਰੀ ਉਹਨਾਂ ਨੇ ਸਰਕਾਰਾਂ ਚਲਾਈਆਂ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ। ਅੱਜ ਜਿਹੜੀ ਪੰਜਾਬ ਦੀ ਇਕਨੋਮੀ ਦਾ ਬੁਰਾ ਹਾਲ ਹੈ ਉਹਦੇ ਕਾਰਨ ਇਹੀ ਨੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਔਰ ਬੀਜੇਪੀ ਸਰਕਾਰ ਜਿਹੜੀ ਸੀਗੀ, ਉਹ ਸਰਕਾਰਾਂ ਨੇ ਇੱਥੋਂ ਦੀ ਜਿਹੜੀ ਇੰਡਸਟਰੀ ਸੀ, ਇੱਥੋਂ ਦਾ ਟ੍ਰੇਡ ਸੀਗਾ, ਉਹ ਤਹਿਸ ਨਹਿਸ ਕਰ ਦਿੱਤਾ। ਇੱਥੋਂ ਦਾ ਜਿਹੜਾ ਬੇਸਿਕ ਸਟਰਕਚਰ ਸੀਗਾ ਪੰਜਾਬ ਦੀ ਇਕਨੋਮੀ ਦਾ, ਉਹਨੂੰ ਖਤਮ ਕਰ ਦਿੱਤਾ। ਕਿਉਂਕਿ ਟੈਕਸ ਦੇਣਾ ਵਾ ਟ੍ਰੇਡ ਨੇ ਜਾਂ ਟੈਕਸ ਦੇਣਾ ਇੰਡਸਟਰੀ ਨੇ, ਜਿਹੜਾ ਵਪਾਰ ਹੁੰਦਾ ਉਹਦੇ ਚੋਂ ਟੈਕਸ ਨਿਕਲਦਾ। GST ਵੀ ਜਿਹੜੀ ਲੱਗੀ ਹੈ ਉਹ ਇੰਡਸਟਰੀ ਔਰ ਵਪਾਰ ਤੋਂ ਨਿਕਲ ਕੇ ਆਣੀ ਹੈ। ਔਰ ਜਿਹੜਾ GST ਹੈ ਭਾਰਤੀ ਜਨਤਾ ਪਾਰਟੀ ਨੇ ਲਗਾਇਆ, ਜਿਹੜਾ ਟੈਕਸ ਪਹਿਲਾਂ ਸਿੱਧਾ ਪੰਜਾਬ ਸਰਕਾਰ ਨੂੰ ਜਾਂਦਾ ਸੀ, ਹੁਣ ਘੁੰਮ ਕੇ ਕੇਂਦਰ ਤੋਂ ਇੱਥੇ ਆਉਂਦਾ। ਔਰ ਉਹ ਜਿਹੜਾ ਟੈਕਸ GST ਲਾਇਆ ਉਹਦਾ ਅਸਰ ਨਾ ਕੇਵਲ ਪੰਜਾਬ ਤੇ ਬਲਕਿ ਸਾਰੇ ਹਿੰਦੁਸਤਾਨ ਤੇ ਹੋਇਆ। ਔਰ ਦੂਸਰੀ ਮਾਰ ਪੈ ਗਈ ਟ੍ਰੇਡ ਇੰਡਸਟਰੀ ਨੂੰ, ਜਿਹੜੀ ਕਿ ਪਾਰਟੀ ਨੋਟਬੰਦੀ ਕੀਤੀ। ਕਾਫੀ ਇੰਡਸਟਰੀ ਪੰਜਾਬ ਦੱਸਦੇ ਨੇ ਟ੍ਰੇਡ ਔਰ ਇੰਡਸਟਰੀ ਦੇ ਵਿੱਚ ਬੁਰਾ ਹਾਲ ਹੈ, ਉਸਦਾ ਸਿਰਫ ਨੋਟਬੰਦੀ ਹੈ। ਮੈਂ ਇੱਕ ਮਿੰਟ ਸੈਕਟਰੀ ਸਾਹਿਬ ਇੱਕ ਇੱਕ ਕਰਕੇ ਆਪਾਂ ਆਉਂਦੇ। ਪਹਿਲੀ ਗੱਲ ਜਿਹੜੀ GST ਦੀ ਤੁਸੀਂ ਕਰ ਰਹੇ ਹੋ, ਮੈਂ ਤੁਹਾਡੀ ਜਾਣਕਾਰੀ ਦੇ ਵਿੱਚ ਵਾਅਦਾ ਕਰਦਾ, ਹੁਣ ਜਿਹੜੇ ਤਾਜ਼ਾ ਅੰਕੜੇ RBI ਨੇ ਜਾਰੀ ਕੀਤੇ ਨੇ, ਜਿਹੜੇ ਅੰਕੜੇ ਜਾਰੀ ਹੋਏ ਨੇ GST ਕਮਿਸ਼ਨ ਨੇ ਜਾਰੀ ਕੀਤੇ ਨੇ, ਸਭ ਤੋਂ ਜ਼ਿਆਦਾ ਫਾਇਦਾ, ਸਭ ਤੋਂ ਜ਼ਿਆਦਾ ਮੁਨਾਫਾ GST ਰਿਟਰਨ ਦਾ ਜਿਹੜਾ ਹੋ ਰਿਹਾ ਉਹ ਪੰਜਾਬ ਨੂੰ ਹੋ ਰਿਹਾ। ਪੰਜਾਬ ਨੇ ਸਭ ਤੋਂ ਵੱਧ ਮਾਲੀਆ ਜਿਹੜਾ ਰਿਟਰਨ ਦੇ ਵਿੱਚ ਕਮਾਇਆ। ਹਰਦੀਪ ਸਿੰਘ ਟੋਡਰਪੁਰ ਆਗੂ ਨੇ ਰਮਸਾ ਅਧਿਆਪਕ ਯੂਨੀਅਨ ਦੇ ਨਾਲ ਜੁੜੇ ਹੋਏ ਨੇ। ਹਰਦੀਪ ਜੀ, ਮੇਰੀ ਆਵਾਜ਼ ਤੁਹਾਨੂੰ ਆ ਰਹੀ ਹੈ? ਹਾਂਜੀ ਸਰ। ਹਰਦੀਪ, ਗੱਲ ਇਹ ਹੈ ਕਿ ਵਾਰ-ਵਾਰ ਇਹ ਗੱਲ ਕੀਤੀ ਜਾ ਰਹੀ ਹੈ ਕਿ ਸਰਕਾਰ ਤਨਦੇਹੀ ਦੇ ਨਾਲ ਕੋਸ਼ਿਸ਼ ਕਰ ਰਹੀ ਹੈ। ਅਧਿਆਪਕ ਯੂਨੀਅਨ ਨਾਲ ਗੱਲਬਾਤ ਵੀ ਹੋਈ ਹੈ, ਕੁਝ ਅਧਿਆਪਕ ਤੁਹਾਡੇ ਜਿਹੜੇ ਨੇ ਉਹਨਾਂ ਨੇ ਅਪਾਇੰਟਮੈਂਟ ਲੈਟਰ ਲੈ ਵੀ ਰਹੇ ਨੇ, ਫਿਰ ਦਿੱਕਤ ਕੀ ਹੈ? ਦੇਖੋ ਸਰ, ਜਿਹੜੀ ਸਰਕਾਰ ਕਹਿ ਰਹੀ ਹੈ ਕਿ ਕੋਸ਼ਿਸ਼ ਕਰ ਰਹੀ ਹੈ, ਕਿਸੇ ਅਧਿਆਪਕ ਦੀ ਤਨਖਾਹ ਦੇ ਵਿੱਚ 65 ਤੋਂ 75% ਤੱਕ ਕਟੌਤੀ ਕਰਕੇ ਤੇ ਉੱਪਰੋਂ ਇਹ ਬਿਆਨ ਦੇਣਾ ਕਿ ਟੀਚਰ ਆਪਣੀ ਇੱਛਾ ਦੇ ਨਾਲ ਜਾ ਰਹੇ ਨੇ, ਜਿਹੜੇ ਨੌਕਰੀ ਤੇ ਜਾ ਰਹੇ ਨੇ। 4 ਅਜਿਹੇ ਪੁਆਇੰਟ ਨੇ ਜਿਹੜੇ ਸਿੱਖਿਆ ਮੰਤਰੀ ਜੀ ਦੇ ਉਸ ਬਿਆਨ ਨੂੰ ਝੂਠਾ ਸਾਬਤ ਕਰਦੇ ਨੇ, ਜਿਹੜਾ ਉਹ ਮੀਡੀਆ ਦੇ ਸਾਹਮਣੇ ਦਿੰਦੇ ਨੇ। ਅੱਜ ਮੁੱਖ ਮੰਤਰੀ ਜੀ ਵੀ ਸੰਗਰੂਰ ਦੇ ਵਿੱਚ ਬੋਲੇ ਨੇ ਜੀ ਕਿ ਅਸੀਂ ਕਿਸੇ ਟੀਚਰ ਨੂੰ ਮਜਬੂਰ ਨਹੀਂ ਕਰ ਰਹੇ, ਜਿੰਨੀ ਤਨਖਾਹ ਲੈ ਰਹੇ ਨੇ ਉਸੇ ਤਰ੍ਹਾਂ ਲੈਂਦੇ ਰਹਿਣ, ਜੇ ਉਹਨਾਂ ਨੂੰ 15,300 ਨਹੀਂ ਮਨਜ਼ੂਰ। ਅਸੀਂ ਸਵਾਲ ਕਰਦੇ ਹਾਂ ਕਿ 4 ਅਜਿਹੇ ਹਥਿਆਰ ਤੁਸੀਂ ਘੜੇ ਜਿਨ੍ਹਾਂ ਨਾਲ ਤੁਸੀਂ ਮਜਬੂਰ ਕੀਤਾ ਸਾਡੇ ਟੀਚਰਾਂ ਨੂੰ, ਇਸ ਦੇ ਬਾਵਜੂਦ ਬਹੁਤ ਥੋੜੇ ਟੀਚਰ ਗਏ ਨੇ। ਉਹ 4 ਹਥਿਆਰਾਂ ਦੇ ਵਿੱਚ ਪਹਿਲਾ ਤਰੀਕਾ 5 ਮਹੀਨੇ ਤੋਂ ਅਜੇ ਤੱਕ ਸੈਲਰੀ ਨਹੀਂ ਦਿੱਤੀ ਇੱਕ ਵੀ ਟੀਚਰ ਨੂੰ। ਦੂਜਾ ਤਰੀਕਾ ਅਪਣਾਇਆ ਕਿ ਜੋ ਸਾਨੂੰ ਛੁੱਟੀਆਂ ਮਿਲਦੀਆਂ ਸੀ ਉਸ ਦੇ ਉੱਤੇ ਕਟੌਤੀ ਲਾ ਦਿੱਤੀ। ਤੀਜਾ ਤਰੀਕਾ ਅਪਣਾਇਆ, ਸਾਡੀਆਂ ਸਸਪੈਂਸ਼ਨਾਂ ਤੇ ਦੂਰ ਬਦਲੀਆਂ ਕਰ ਦਿੱਤੀਆਂ। ਤੇ ਚੌਥਾ ਤਰੀਕਾ ਇਹਨਾਂ ਨੇ ਅਪਣਾਉਣ ਦਾ ਯਤਨ ਕੀਤਾ। ਕੱਲ ਹੀ ਪਿਛਲੇ 2 ਦਿਨਾਂ ਤੋਂ ਪੰਜਾਬ ਦੇ ਅਧਿਆਪਕਾਂ 'ਚ ਬਹੁਤ ਵੱਡੇ ਪੱਧਰ ਤੇ ਅਫਰਾ ਤਫਰੀ ਫੈਲੀ ਕਿ ਅਧਿਆਪਕਾਂ ਨੂੰ ਇਹ ਕਹਿ ਦਿੱਤਾ ਗਿਆ ਕਿ SSA ਤੇ ਰਮਸਾ ਦੇ ਜਿਹੜੇ ਟੀਚਰ ਨੇ ਸਕੂਲਾਂ ਦੇ ਵਿੱਚ ਉਹਨਾਂ ਦੀਆਂ ਪੋਸਟਾਂ ਖਾਲੀ ਡਿਕਲੇਅਰ ਕਰ ਦਿੱਤੀਆਂ ਤੇ ਜੋ ਸਰਕਾਰ ਦੀਆਂ ਸ਼ਰਤਾਂ ਦੇ ਉੱਤੇ ਜੁਆਇਨ ਕਰਨ ਨੂੰ ਤਿਆਰ ਆ 15,300, ਉਸ ਟੀਚਰ ਨੂੰ ਮਨਪਸੰਦ ਦਾ ਸਟੇਸ਼ਨ ਦੇ ਦਿੱਤਾ ਜਾਊਗਾ
ਜੇ ਉਸੇ ਸਟੇਸ਼ਨ ਤੇ ਪਹਿਲਾਂ ਕੋਈ ਉਹ ਅਧਿਆਪਕ ਕੰਮ ਕਰ ਰਿਹਾ ਜੋ ਸਰਕਾਰ ਦੀ ਸ਼ਰਤ ਨਹੀਂ ਮੰਨਦਾ ਹੈਗਾ, ਉਸ ਨੂੰ ਮਜਬੂਰਨ ਉਜਾੜਾ ਕੀਤਾ ਜਾਣਾ। ਇਹ ਚਾਰ ਅਜਿਹੀਆਂ ਹਰਕਤਾਂ ਹੈਗੀਆਂ ਨੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਬਹੁਤ ਨਿੰਦਣਯੋਗ ਨੇ। ਇਹ ਚਾਰੋਂ ਸਟੈਪ ਚੁੱਕ ਕੇ ਇਹਨਾਂ ਨੇ ਮਜਬੂਰ ਕੀਤਾ ਸਾਡੇ ਅਧਿਆਪਕਾਂ ਨੂੰ ਕਿ ਉਹ ਸਰਕਾਰ ਦੀ ਆਪਸ਼ਨ ਆਈਡੀ ਨੂੰ ਕਲਿੱਕ ਕਰਨ। ਠੀਕ ਹੈ ਤਰਲੋਚਨ ਸਿੰਘ ਜੀ, ਤੁਸੀਂ ਵੀ ਪੱਤਰਕਾਰਤਾ ਕਰਦੇ ਲੰਬਾ ਸਮਾਂ ਹੋ ਗਿਆ। ਅਜਿਹੀਆਂ ਸ਼ਰਤਾਂ ਮੈਨੂੰ ਤਾਂ ਲੱਗਦਾ ਸ਼ਾਇਦ ਪਹਿਲੀ ਵਾਰੀ ਅਜਿਹਾ ਹੋਇਆ ਕਿ 65% ਤਨਖਾਹ ਕੱਟਣ ਦੀ ਗੱਲ ਕੀਤੀ ਜਾ ਰਹੀ ਹੈ। ਜਿਹੜਾ 30-35-40 ਹਜ਼ਾਰ ਤਨਖਾਹ ਲੈਂਦਾ ਉਹਨੂੰ ਕਿਹਾ ਜਾ ਰਿਹਾ ਕਿ 15,000 ਲੈ ਤਾਂ ਤੈਨੂੰ ਰੈਗੂਲਰ ਕੀਤਾ ਜਾਏਗਾ। ਲੰਬਾ ਸਮਾਂ ਹੋ ਗਿਆ ਟੀਚਰ ਨੂੰ ਐਜੀਟੇਸ਼ਨ ਕਰਦੇ ਆ, ਹਾਲੇ ਤੱਕ ਮਸਲਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਪਰ ਜੀ ਜਿਹੜੇ ਅਧਿਆਪਕਾਂ ਨੂੰ ਇਹ ਗੱਲ ਕਹੀ ਹੈ ਵੀ ਤੁਹਾਨੂੰ 42,300 ਦੀ ਥਾਂ ਤੇ 15,000 ਰੁਪਇਆ ਦੇ ਕੇ ਰੈਗੂਲਰ ਕਰਾਂਗੇ, ਉਹ 10-10 ਸਾਲ ਉਹਨਾਂ ਦੀ ਨੌਕਰੀ ਹੋ ਗਈ ਹੈ। ਉਹਨਾਂ ਨੇ ਵਿਆਹ ਕਰਵਾ ਲਏ, ਉਹਨਾਂ ਦੇ ਅੱਗੇ ਪਰਿਵਾਰ ਨੇ। ਇਹ ਕਿਸੇ ਵੀ ਕਮਿਸ਼ਨ ਦਾ, ਕਿਸੇ ਵੀ ਪੇ ਕਮਿਸ਼ਨ ਦਾ, ਕਿਸੇ ਵੀ ਧਿਰ ਦਾ ਇਹ ਸਿਧਾਂਤ ਹੀ ਨਹੀਂ ਹੈਗਾ ਵੀ ਜਿਹੜੀ ਤਨਖਾਹ ਮਿਲਦੀ ਹੈ ਉਹਨੂੰ ਘੱਟ ਕਰਕੇ ਤੇ ਉਹਨੂੰ ਕਹੋ ਕੰਡੀਸ਼ਨ ਲਾ ਦਿਓ ਵੀ 3 ਸਾਲ ਤੇਰੀ 75% ਤਨਖਾਹ ਕੱਟ ਕੇ ਤਾਂ ਰੈਗੂਲਰ ਕਰਾਂਗੇ। ਅਜੀਬ ਸਥਿਤੀ ਹੈ। ਤੁਸੀਂ ਇਹ ਕਿਵੇਂ ਸੰਭਵ ਹੈ? ਹਾਂ, ਇੱਕ ਇਹਨਾਂ ਕੋਲ ਰਾਹ ਬੜਾ ਵਧੀਆ ਹੈਗਾ। ਮੇਰਾ ਟੀਚਰ ਜਥੇਬੰਦੀਆਂ ਮਜਬੂਰਨ ਇਸ ਗੱਲ ਨੂੰ ਮੰਨਣ ਨੂੰ ਤਿਆਰ ਸੀ ਕਿ ਸਾਡੀ ਪੇ ਪ੍ਰੋਟੈਕਟ ਕਰ ਦਿਓ। 42,300 ਰੁਪਇਆ ਤੁਸੀਂ 3 ਸਾਲ ਸਾਨੂੰ ਦੇਈ ਜਾਓ, ਨਾ ਇੰਕਰੀਮੈਂਟ ਲਾਓ, ਨਾ ਡੀਏ ਦਿਓ। ਅਸੀਂ ਚਲੋ ਮਜਬੂਰਨ ਸਰਕਾਰ ਦਾ ਵਿੱਤੀ ਸੰਕਟ ਬੋਝ ਪਾ ਕੇ ਆਪਣੇ ਤੇ ਉਹਨੂੰ ਅਸੀਂ ਸਹਿਣ ਕਰ ਲਾਂਗੇ। ਮੈਂ ਤੇ ਇੱਕੋ ਸਵਾਲ ਕਰਦਾ ਵੀ ਜਦੋਂ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਭਾਵੇਂ ਹੁਣ ਖਜ਼ਾਨਾ ਮੰਤਰੀ ਬਣੇ ਮਨਪ੍ਰੀਤ ਬਾਦਲ ਤੇ ਭਾਵੇਂ ਹੁਣ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ, ਜਦੋਂ ਮੁਲਾਜ਼ਮਾਂ ਦੇ ਧਰਨਿਆਂ ਰੈਲੀਆਂ 'ਚ ਜਾ ਕੇ ਗੱਲ ਕਹਿੰਦੇ ਸੀ ਵੀ ਜੇ ਸਾਨੂੰ ਮੁੱਖ ਮੰਤਰੀ ਬਣਾਤਾ, ਸਾਡੀ ਸਰਕਾਰ ਬਣ ਗਈ ਤੇ ਤੁਹਾਨੂੰ ਪੂਰੀਆਂ ਤਨਖਾਹਾਂ 'ਚ ਰੈਗੂਲਰ ਕਰਾਂਗੇ। ਜੇ ਸਾਡੀ ਸਰਕਾਰ ਬਣ ਗਈ ਤੇ ਤਨਖਾਹ ਕਮਿਸ਼ਨ 100 ਦਿਨਾਂ ਵਿੱਚ ਲਾਗੂ ਕਰ ਦੇਵਾਂਗੇ। ਜੇ ਇਹਨਾਂ ਨੂੰ ਹੁਣ ਜਿਵੇਂ ਸੇਖੜੀ ਸਾਹਿਬ ਵੀ ਇਹ ਗੱਲ ਕਹਿ ਰਹੇ ਆ ਵੀ ਅਕਾਲੀ ਦਲ ਕਰਕੇ ਸਾਨੂੰ ਪ੍ਰੋਬਲਮ ਆਈ ਹੈ, ਬਿਮਾਰੀ ਲੱਭ ਰਹੇ ਆ, ਇਲਾਜ ਕਰਦਿਆਂ ਟਾਈਮ ਲੱਗੂਗਾ, ਤੇ ਮੈਂ ਕਹਿਣਾ ਚਾਹੁੰਦਾ ਉਦੋਂ ਕੈਪਟਨ ਸਾਹਿਬ ਨੂੰ, ਉਦੋਂ ਮਨਪ੍ਰੀਤ ਬਾਦਲ ਹੋਣਾ ਨੂੰ ਜਦੋਂ ਉਹਨਾਂ ਦੇ ਮੁਲਾਜ਼ਮਾਂ ਦੇ ਕੈਂਪ 'ਚ ਜਾਂਦੇ ਅਸੀਂ ਨਾਲ ਇਹ ਵੀ ਕਹਿ ਦਿੰਦੇ ਵੀ ਅਕਾਲੀਆਂ ਨੇ ਬਹੁਤ ਭੈੜਾ ਹਾਲ ਕਰਤਾ, ਅਸੀਂ ਬਿਮਾਰੀ ਲੱਭਾਂਗੇ, ਜੇ ਵਿੱਤੀ ਸੰਕਟ ਦੂਰ ਹੋਇਆ ਤੇ ਤਾਂ ਤੁਹਾਡੀਆਂ ਮੰਗਾਂ ਮੰਨਾਂਗੇ। ਹੁਣ ਜਦੋਂ ਉਹਨਾਂ ਨੇ ਦੇਖੋ, ਮੈਂ ਤੈਨੂੰ ਚੀਟਿੰਗ ਕਹੂੰਗਾ, ਜਦੋਂ ਤੁਸੀਂ ਇੱਕ ਵਰਗ ਨੂੰ ਕਹਿ ਦਿਓ ਵੀ ਜਦੋਂ ਅਸੀਂ ਆ ਗਏ ਸੱਤਾ 'ਚ ਆ ਗਏ ਤੇ ਤੁਹਾਨੂੰ ਰੈਗੂਲਰ ਕਰ ਦਾਂਗੇ। 2016 ਦਾ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਐਕਟ ਪਿਛਲੀ ਸਰਕਾਰ ਨੇ ਬਣਾਇਆ ਸੀ, ਹੋ ਸਕਦਾ ਉਹ 'ਚ ਕੋਈ ਤਰੁੱਟੀ ਹੋਵੇ। ਇਹਨਾਂ ਨੇ ਕਿਹਾ ਸੀ ਆਉਂਦਿਆਂ ਰੈਗੂਲਰ ਕਰ ਦਾਂਗੇ, ਪਰ ਅੱਜ ਤੱਕ ਉਹਨਾਂ ਨੂੰ ਵੀ ਰੈਗੂਲਰ ਨਹੀਂ ਕੀਤਾ। ਸੋ ਇਹ ਸਾਰੀ ਜਿਹੜੀ ਸਥਿਤੀ ਹੈ, ਦੇਖੋ ਪੰਜਾਬ ਦੇ ਮੁਲਾਜ਼ਮ, ਇੱਕ ਇਹ ਗੱਲ ਕਹੀ ਜਾਂਦੀ ਪੰਜਾਬ ਦੇ ਮੁਲਾਜ਼ਮਾਂ ਨੂੰ ਬਹੁਤ ਵੱਧ ਮਿਲਦਾ ਹੈ। ਮੇਰੀ ਮੁਲਾਜ਼ਮ ਆਗੂਆਂ ਨਾਲ ਵੀ ਗੱਲ ਹੋਈ, ਕਹਿੰਦੇ ਅਸੀਂ ਅੰਕੜੇ ਇਕੱਠੇ ਕਰ ਰਹੇ ਹਾਂ ਵੀ ਜੇ ਇਹਨਾਂ ਨੂੰ ਲੱਗਦਾ ਆ ਵੀ ਪੰਜਾਬ ਦੇ ਮੁਲਾਜ਼ਮਾਂ ਦੀ ਤਨਖਾਹ 55-60% ਬਣਦੀ ਬਜਟ ਦੀ ਤੇ ਫਿਰ ਪੁਲਿਸ ਡਿਪਾਰਟਮੈਂਟ ਬੰਦ ਕਰ ਦੋ। 75,000 ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਕੱਢ ਦੋ, ਪੁਲਿਸ ਮੁਲਾਜ਼ਮ ਵਿਭਾਗ ਬੰਦ ਕਰ ਦੋ। ਇਸੇ ਤਰ੍ਹਾਂ ਸਿੱਖਿਆ ਵਿਭਾਗ 1 ਲੱਖ ਦੇ ਕਰੀਬ ਟੀਚਰ ਨੇ, ਜੇ ਲੱਗਦਾ ਵੀ ਇਹ ਬੋਝ ਨੇ ਉਹਨਾਂ ਨੂੰ ਬੰਦ ਕਰ ਦੋ। ਲੋਕਾਂ ਨੂੰ ਕਹੋ ਵੀ ਸਾਨੂੰ ਪੜ੍ਹਾਈ ਦਾ ਹੀ ਪ੍ਰਬੰਧ ਨਹੀਂ ਕਰ ਸਕਦੇ। ਇਸੇ ਤਰ੍ਹਾਂ ਸਿਹਤ ਵਿਭਾਗ ਆ, ਇਰੀਗੇਸ਼ਨ ਆ, ਹੋਰ ਵਿਭਾਗ ਨੇ ਮੁਲਾਜ਼ਮ ਸਰਵਿਸ ਦਿੰਦੇ ਨੇ। ਔਰ ਸਰਕਾਰ ਦੀ ਇਹ ਡਿਊਟੀ ਬਣਦੀ ਹੈ, ਜਿਹੜੀ ਸਰਕਾਰੀ ਮਸ਼ੀਨਰੀ ਨੂੰ ਚਲਾਉਂਦਾ ਹੈ ਉਹਨੂੰ ਤਨਖਾਹਾਂ ਦਊਗਾ ਤਾਂ ਹੀ ਉਹ ਕੋਈ ਨਰਸ ਟੀਕਾ ਲਾਊਗੀ, ਤਾਂ ਹੀ ਕੋਈ ਟੀਚਰ ਪੜ੍ਹਾਏਗਾ। ਸੋ ਇਹ ਸਾਰੀ ਸਥਿਤੀ ਤੋਂ ਇਹੀ ਗੱਲ ਲੱਗਦੀ ਹੈ ਵੀ ਸਰਕਾਰ ਨੇ ਬਹੁਤ ਵੱਡੀਆਂ ਸੁਪਨੇ ਦੇ ਦਿੱਤੇ ਵੋਟਾਂ ਹਾਸਲ ਕਰਨ ਲਈ, ਤੇ ਜਦੋਂ ਗੱਦੀ ਤੇ ਬੈਠ ਗਈ ਤਾਂ ਹੁਣ ਇੱਥੇ ਉਹਦੇ ਉਲਟ ਚੱਕਰ ਚਲਾਤਾ, ਤਨਖਾਹਾਂ ਘੱਟ ਦੇ ਕੇ ਘਟਾ ਕੇ ਤਾਂ ਫੇਰ ਰੈਗੂਲਰ ਕਰਾਂਗੇ। ਕਿਸੇ ਤਰ੍ਹਾਂ ਵੀ ਕਿਸੇ ਸਿਧਾਂਤ 'ਚ ਫਿੱਟ ਹੀ ਨਹੀਂ ਬੈਠਦੀਗਾ। ਠੀਕ ਹੈ ਧਾਰਨੀ ਸਾਹਿਬ, ਵਾਰ-ਵਾਰ ਜਦੋਂ ਸਰਕਾਰ ਤੋਂ ਇਹਨਾਂ ਗੱਲਾਂ ਦਾ ਸਵਾਲ ਪੁੱਛਿਆ ਜਾਂਦਾ ਤਾਂ ਇਹ ਕਹਿੰਦੇ ਨੇ ਕਿ ਇਹ ਅਕਾਲੀ ਦਲ ਵਿਉਂਤਬੰਦੀ ਕਰ ਰਿਹਾ, ਅਕਾਲੀ ਦਲ ਕਿਸਾਨਾਂ ਨੂੰ ਸਾਡੇ ਖਿਲਾਫ ਭੜਕਾ ਰਿਹਾ, ਮੁਲਾਜ਼ਮਾਂ ਨੂੰ, ਟੀਚਰਾਂ ਨੂੰ। ਅਜਿਹੇ ਦੇ ਵਿੱਚ ਤੁਸੀਂ ਵੀ ਸਿਆਸਤ ਕਰਨ ਤੋਂ ਪਿੱਛੇ ਨਹੀਂ ਰਹਿੰਦੇ, ਹਰ ਮਸਲੇ ਨੂੰ ਤੁਸੀਂ ਵੀ ਜ਼ੋਰਾਂ ਸ਼ੋਰਾਂ ਤੇ ਸਿਆਸਤ ਦੀ ਭੇਂਟ ਚੜਾਉਂਦੇ ਹੋ, ਭਾਵੇਂ ਉਹ ਟੀਚਰਾਂ ਦਾ ਮਸਲਾ ਹੋਵੇ, ਭਾਵੇਂ ਉਹ ਕਿਸਾਨਾਂ ਦਾ ਹੋਵੇ। ਤੁਹਾਡੇ ਪ੍ਰਧਾਨ ਸਾਹਿਬ ਮੰਡੀਆਂ ਦੇ ਵਿੱਚ ਆਪ ਜਾ ਕੇ ਕਿਸਾਨਾਂ ਦਾ ਹਾਲ ਚਾਲ ਪੁੱਛੀ ਜਾਂਦੇ ਨੇ। ਜਦੋਂ ਤੁਹਾਡੇ ਹੱਥ ਪੱਲੇ ਕੁਝ ਹੈ ਨਹੀਂ, ਫਿਰ ਮੰਡੀਆਂ 'ਚ ਜਾ ਕੇ ਹਾਲ ਚਾਲ ਪੁੱਛਣ ਦਾ ਫਾਇਦਾ? ਦੇਖੋ ਹਰਪ੍ਰੀਤ ਜੀ, ਸਿੰਪਲ ਗੱਲ ਹੈਗੀ ਆ, ਸਾਡਾ ਜਿਹੜਾ ਵੈਦਰ ਹੈਗਾ ਨਾ ਇਹ ਬਹੁਤ ਜ਼ਿਆਦਾ ਜਿਹੜਾ ਹੈਗਾ ਪ੍ਰਭਾਵਿਤ ਕਰਦਾ ਹਰ ਚੀਜ਼ ਨੂੰ। ਜੇ ਅਪ੍ਰੈਲ ਦੇ ਮਹੀਨੇ ਦੇ ਵਿੱਚ ਬਾਰਿਸ਼ਾਂ ਜ਼ਿਆਦਾ ਹੋ ਜਾਣ ਜਾਂ ਠੰਡ ਵੱਧ ਜਾਵੇ
ਤਾਂ ਕਣਕ ਦੀ ਜਿਹੜਾ ਬੀਜ ਦਾਣਾ ਹੈਗਾ ਉਹ ਫੁੱਲਦਾ ਨਹੀਂ ਔਰ ਉਹ ਪੱਕਦਾ ਨਹੀਂ, ਨਾ ਹੀ ਕਣਕ ਪੱਕਦੀ ਆ ਬਲਕਿ ਉਹ ਸੁੱਕਣਾ ਸ਼ੁਰੂ ਹੋ ਜਾਂਦਾ। ਹੁਣ ਇਸੇ ਤਰ੍ਹਾਂ ਜਦੋਂ ਜਿਹੜੀ ਹੈਗੀ ਹੈ ਜੀਰੀ ਦੀ ਗੱਲ ਹੈਗੀ, ਜਦੋਂ ਜੀਰੀ ਆਪਾਂ ਅੱਗੇ ਇਹ ਹੁੰਦਾ ਸੀ ਕਿ ਮਈ ਦੇ ਵਿੱਚ ਲੋਕ ਲਾਉਣ ਲੱਗ ਗਏ ਸੀ, ਪਰ ਇਹਨਾਂ ਦੀ ਵੀ ਕੁਝ ਮਜਬੂਰੀਆਂ ਸੀ ਕਿ ਪਾਣੀ ਨੂੰ ਬਚਾਉਣ ਵਾਸਤੇ ਇਹਨਾਂ ਨੇ ਕਰਤਾ, ਫਿਰ 10 ਜੂਨ ਕਰਤੀ, ਫਿਰ 15 ਜੂਨ ਕਰਤੀ, ਹੁਣ 15 ਤੋਂ ਬਾਅਦ 20 ਜੂਨ ਕਰਤੀ। ਹੁਣ 20 ਜੂਨ ਨੂੰ ਲਾਈ ਵੀ ਜਿਹੜੀ ਜੀਰੀ ਹੈਗੀ ਆ ਉਹ ਜੀਰੀ ਨੂੰ ਪੱਕਣ ਵਾਸਤੇ 180 ਦਿਨ ਚਾਹੀਦੇ। ਜਦੋਂ 180 ਦਿਨ ਦੇ ਵਿੱਚ ਜੀਰੀ ਨੂੰ ਪ੍ਰੋਪਰ ਜਿਹੜਾ ਹੈਗਾ ਟਾਈਮ ਨਹੀਂ ਮਿਲੂਗਾ ਪੱਕਣ ਵਾਸਤੇ, ਤੇ ਉਹਦੇ ਤੇ ਪੂਰੀ ਸੂਰਜ ਦੀ ਜਿਹੜੀ ਹੈਗੀ ਆ ਧੁੱਪ ਨਹੀਂ ਪਊਗੀ, ਤਾਂ ਜੀਰੀ ਹੈ ਜਿਹੜੀ ਆਪਣੇ ਆਪ ਹੈ ਜਿਹੜੀ ਅੱਜ ਤੱਕ ਦੇਖੋ, ਮੈਂ ਕੱਲ ਸਾਰਾ ਪੰਜਾਬ ਘੁੰਮਿਆ, ਸਾਰੇ ਪੰਜਾਬ ਦੇ ਵਿੱਚ ਜੀਰੀ ਅੱਜ ਤੱਕ ਖੜੀ ਆ, ਨਵੰਬਰ ਖਤਮ ਹੋਣ ਚ ਜਾ ਰਿਹਾ, ਜਦੋਂ ਕਿ ਜੀਰੀ ਪੰਜਾਬ ਦੇ ਵਿੱਚ ਜੀਰੀ ਔਰ ਕਣਕ ਦਾ ਸੀਜ਼ਨ ਹੈ ਜਿਹੜਾ ਕਣਕ ਦਾ 10 ਦਿਨ ਦਾ ਲਾ ਲਓ ਔਰ ਜੀਰੀ ਦਾ ਜਿਹੜਾ ਹੈਗਾ 15 ਦਿਨ ਦਾ ਸੀਜ਼ਨ ਰਹਿ ਗਿਆ ਸੀ। ਹੁਣ ਰਹਿ ਗਈ ਗੱਲ ਅਗਲੀ, ਦੇਖੋ ਜਦੋਂ ਇਹਨਾਂ ਨੇ ਇਲੈਕਸ਼ਨ ਲੜੀ ਸੀ ਨਾ, ਉਹ ਇਲੈਕਸ਼ਨ ਜਿਹੜੇ ਵਾਅਦਿਆਂ ਤੇ ਲੜੀ ਸੀ ਉਹ ਇਸ ਗੱਲ ਤੇ ਲੜੀ ਸੀ ਕਿ ਅਕਾਲੀ ਦਲ ਜਿਹੜਾ ਹੈਗਾ ਉਹਨੇ ਜਿਹੜਾ ਹੈਗਾ ਕਿਸਾਨਾਂ ਨੂੰ ਕੁਝ ਨਹੀਂ ਕਰਿਆ ਹੈਗਾ ਤੇ ਮੁਲਾਜ਼ਮਾਂ ਦਾ ਕੁਝ ਨਹੀਂ ਕਰਿਆ। ਬਿਜਲੀ ਦਾ ਜਿਹੜਾ ਹੈਗਾ ਸੀ ਸਭ ਤੋਂ ਵੱਡਾ ਚੈਪਟਰ ਸੀ ਇਹਨਾਂ ਦੇ ਕੋਲ ਕਿ ਇੰਡਸਟਰੀ ਇਹਨਾਂ ਨੇ ਫੇਲ ਕਰਤੀ, ਜਿਵੇਂ ਸੈਕਟਰੀ ਸਾਹਿਬ ਹੁਣੇ ਕਹਿ ਰਹੇ ਸੀ ਇੰਡਸਟਰੀ ਦੀ। ਮੈਂ ਨਾ ਬੜਾ ਹੈਰਾਨ ਹੋਇਆ ਅੱਜ ਵੀ ਜਿਹੜੇ ਇਹਨਾਂ ਦੀਆਂ ਸ਼ਰਾਰਤਾਂ ਕੀ ਹੈਗੀਆਂ। ਇਹਨਾਂ ਨੇ ਕੀ ਕਰਿਆ, ਇਹਨਾਂ ਨੇ ਬੜੇ ਤਰੀਕੇ ਦੇ ਨਾਲ ਜਿਹੜਾ ਹੈਗਾ ਸੀ 5 ਰੁਪਏ ਯੂਨਿਟ ਇੰਡਸਟਰੀ ਦੀ ਵੀ ਬਿੱਲ ਉਹ ਕਰਤੀ। ਉਹਦੇ ਨਾਲ ਮੈਂ ਉਹਦੇ ਨਾ ਅੰਕੜੇ ਲੈ ਕੇ ਆਇਆ, ਤੁਸੀਂ ਬੜੇ ਹੈਰਾਨ ਹੋਵੋਗੇ ਕਿ ਇਹਨਾਂ ਨੇ ਉਹਦੇ ਤੇ ਪੱਕੇ ਖਰਚੇ ਕਰਤੇ ਜੀ। ਪੱਕੇ ਖਰਚੇ ਕੀ ਕਰੇ, 90 ਕਿਲੋਵਾਟ ਤੱਕ ਜਿਹੜਾ ਹੈਗਾ ਉਹ ਸਮਾਲ ਸਕੇਲ ਇੰਡਸਟਰੀ ਹੈ ਜਿਹੜੀ, ਉਹਦਾ ਪੱਕਾ ਖਰਚਾ 1 ਕਿਲੋਵਾਟ ਤੇ 90 ਰੁਪਏ ਕਰਤਾ। ਜੇ ਇੰਡਸਟਰੀ ਖੜੀ ਵੀ ਹੈਗੀ ਆ ਤਾਂ ਵੀ ਉਹਨੂੰ ਖਰਚਾ ਪੈਣਾ ਹੈਗਾ। ਉਹਦੇ ਤੇ ਜਿਹੜਾ ਮੀਡੀਅਮ ਤੇ ਹੈਗਾ ਉਹ 115 ਰੁਪਏ ਪਰ ਕਿਲੋਵਾਟ ਤੇ ਜਿਹੜਾ ਇਹਨਾਂ ਨੇ ਖਰਚਾ ਪੱਕਾ ਖਰਚਾ ਕਰਤਾ। ਬ੍ਰੇਕ ਲੈਣਾ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਇੱਕ ਛੋਟਾ ਜਿਹਾ ਬ੍ਰੇਕ ਲੈ ਲਈ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਡੀ ਵਿਚਾਰ ਚਰਚਾ ਜਾਰੀ ਹੈ। ਮਾੜੇ ਹਾਲਾਤ ਜਿਹੜੇ ਪੰਜਾਬ ਦੇ ਵਿੱਚ ਵਿੱਤੀ ਸੰਕਟ ਵਰਗੇ ਬਣੇ ਹੋਏ ਨੇ, ਉੱਤੋਂ ਬਾਹਰ ਕਿਵੇਂ ਨਿਕਲਿਆ ਜਾਵੇ, ਇਹ ਵੀ ਇੱਕ ਵੱਡੀ ਚੁਣੌਤੀ ਪੰਜਾਬ ਦੇ ਸਾਹਮਣੇ ਜ਼ਰੂਰ ਹੈਗੀ ਹੈ। ਔਰ ਵੱਖ-ਵੱਖ ਧਿਰਾਂ ਜਿਹੜੀਆਂ ਨੇ, ਮੁਲਾਜ਼ਮ ਜਥੇਬੰਦੀਆਂ ਹੋਣ, ਭਾਵੇਂ ਟੀਚਰ ਐਸੋਸੀਏਸ਼ਨ ਹੋਣ, ਉਸ ਤੋਂ ਇਲਾਵਾ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ ਉਹ ਵੀ ਕਹਿੰਦੀਆਂ ਨੇ ਕਿ ਸਰਕਾਰ ਗੰਭੀਰ ਦਿਖਾਈ ਨਹੀਂ ਦੇ ਰਹੀ ਇਹਨਾਂ ਸਾਰੇ ਮਸਲਿਆਂ ਨੂੰ ਹੱਲ ਕਰਨ ਦੇ ਲਈ। ਸੈਕਟਰੀ ਸਾਹਿਬ, ਮੇਰੀ ਆਵਾਜ਼ ਤੁਹਾਡੇ ਤੱਕ ਆ ਰਹੀ ਹੈ? ਆ ਰਹੀ ਹੈ ਜੀ। ਹੈਲੋ ਜੀ ਸੈਕਟਰੀ ਸਾਹਿਬ, ਗੱਲ ਇਹ ਹੈ ਕਿ ਇਹ ਜਿਹੜੇ ਤਿੰਨੇ ਮੁੱਦੇ ਨੇ, ਭਾਵੇਂ ਉਹ ਕਿਸਾਨਾਂ ਦਾ ਮੁੱਦਾ ਹੋਵੇ, ਭਾਵੇਂ ਉਹ ਮੁਲਾਜ਼ਮਾਂ ਦਾ ਮੁੱਦਾ ਹੋਵੇ, ਭਾਵੇਂ ਉਹ ਟੀਚਰਾਂ ਦਾ, ਮੈਂ ਤੁਹਾਡਾ ਸਪਸ਼ਟੀਕਰਨ ਸਭ ਤੋਂ ਪਹਿਲਾਂ ਕਿਸਾਨਾਂ ਤੇ ਜ਼ਰੂਰ ਜਾਣਨਾ ਚਾਹਾਂਗਾ ਕਿ ਜੇ ਸਰਕਾਰ ਨੇ 10 ਦਿਨ ਲੇਟ ਕਰਵਾਇਆ ਝੋਨਾ, ਉਸ ਕਰਕੇ ਨਮੀ ਖਤਮ ਨਹੀਂ ਹੋਈ, ਤੇ ਉਹਦੀ ਜ਼ਿੰਮੇਵਾਰੀ ਹੁਣ ਸਰਕਾਰ ਨੂੰ ਲੈਣੀ ਚਾਹੀਦੀ ਹੈ ਕਿ ਨਹੀਂ ਲੈਣੀ ਚਾਹੀਦੀ? ਦੇਖੋ, ਇਸ ਤਰ੍ਹਾਂ ਭਾਈ ਸਾਹਿਬ, ਜਿਹੜੇ ਕਿਸਾਨ ਨੇ ਸਭ ਨੂੰ ਪਤਾ ਹੈ ਕਿ ਕੈਪਟਨ ਸਾਹਿਬ ਨੇ ਪਹਿਲੇ ਜਦੋਂ 5 ਸਾਲ ਰਾਜ ਕੀਤਾ ਸੀਗਾ, ਉਦੋਂ ਵੀ ਕਿਸਾਨਾਂ ਦੀ ਫਸਲਾਂ ਪੂਰੇ ਟਾਈਮ ਸਿਰ ਪੂਰੀ ਪੇਮੈਂਟਾਂ ਚੱਕੀਆਂ ਗਈਆਂ। ਆਹ ਹੁਣ ਤੀਸਰੀ ਫਸਲ ਆਈ ਹੈ, ਇਹ ਵੀ ਪੂਰੇ ਟਾਈਮ ਨਾਲ ਕਿਸਾਨਾਂ ਨੂੰ ਮੰਡੀਆਂ 'ਚ ਖਰਾਬ ਨਹੀਂ ਹੋਣਾ ਪੈ ਰਿਹਾ। ਪਰ ਜੇ ਕੁਦਰਤੀ ਬਠਿੰਡਾ ਦੇ ਵਿੱਚ ਭੁੱਖ ਹੜਤਾਲ ਤੇ ਬੈਠੇ ਨੇ ਕਿਸਾਨ, ਔਰ ਇੱਕ ਨਹੀਂ ਬਥੇਰੇ ਕਿਸਾਨ ਭੁੱਖ ਹੜਤਾਲ ਤੇ ਬੈਠੇ ਨੇ। ਕੁਦਰਤੀ, ਮੈਂ ਕਿਹਾ ਤੁਹਾਡੀ ਗੱਲ ਬਿਲਕੁਲ ਤੁਹਾਡੀ ਗੱਲ ਸਹੀ ਹੈ। ਮੇਰੀ ਸਿੰਪਥੀ, ਕਾਂਗਰਸ ਪਾਰਟੀ ਸਿੰਪਥੀ ਕਿਸਾਨਾਂ ਦੇ ਨਾਲ ਹੈ, ਪਰ ਇਹਦਾ ਕਾਰਨ ਕੀ ਹੈ ਕਿ ਕੁਦਰਤੀ ਬਾਰਿਸ਼ ਹੋ ਗਈ ਹੈ ਜਾਂ ਕੁਦਰਤੀ ਨਮੀ ਜਿਹੜੀ ਹੈ ਵੱਧ ਗਈ ਹੈ, ਔਰ ਉਹ ਕੁਦਰਤ ਦੇ ਰੱਬ ਵੱਲੋਂ ਕੋਈ ਚੀਜ਼ ਹੋਈ ਹੈ, ਉਹਦਾ ਦੋਸ਼ ਆਪਾਂ ਕੈਪਟਨ ਸਾਹਿਬ ਸਰਕਾਰ ਨੂੰ ਨਹੀਂ ਦੇ ਸਕਦੇ। ਤੁਹਾਡਾ ਪੁਆਇੰਟ ਵੈਲਿਡ ਹੈ, ਕਿਸਾਨਾਂ ਦਾ ਪੁਆਇੰਟ ਵੈਲਿਡ ਹੈ। ਅਸੀਂ ਵੀ ਕੈਪਟਨ ਸਾਹਿਬ ਨੂੰ ਕਾਂਗਰਸ ਪਾਰਟੀ ਵੱਲੋਂ ਇਹ ਪ੍ਰਾਰਥਨਾ ਕਰਦੇ ਹਾਂ ਕਿ ਮੋਇਸਚਰ 'ਚ ਰਾਹਤ ਦੇਣ ਦੇ ਲਈ ਕੇਂਦਰ ਸਰਕਾਰ ਨਾਲ FCI ਨਾਲ ਟੇਕਅਪ ਕਰਨ ਤਾਂ ਕਿ ਰਾਹਤ ਕਿਸਾਨਾਂ ਨੂੰ ਮਿਲੇ। ਕੱਲ ਮੈਂ ਪਿੰਡਾਂ ਸੀਗਾ, ਉੱਥੇ ਕਿਸਾਨਾਂ ਨੇ ਕਿਹਾ ਪੇਮੈਂਟ ਤੇ ਮਿਲਦੀ ਹੈ, ਪਰ ਪੇਮੈਂਟ ਸਾਨੂੰ ਘੱਟ ਮਿਲ ਰਹੀ ਹੈ ਬਿਕੋਜ਼ ਆਫ ਮੋਇਸਚਰ। ਇਹਦੇ ਤੇ ਕਿਸਾਨ ਦਾ ਕੋਈ ਦੋਸ਼ ਨਹੀਂ ਹੈ, ਔਰ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਜਿਹੜੀ ਹੈ ਇਹ ਕੇਂਦਰ ਸਰਕਾਰ ਨਾਲ ਟੇਕਅਪ ਕਰੇ ਔਰ ਸਪੈਸ਼ਲ ਰਾਹਤ ਜਿਹੜੀ ਹੈ ਕਿਸਾਨਾਂ ਨੂੰ ਦਿੱਤੀ ਜਾਵੇ। ਦੂਸਰਾ ਜਿਹੜਾ ਮਸਲਾ ਤੁਸੀਂ ਦੱਸਦੇ ਪਏ ਟੀਚਰਾਂ ਦਾ, ਦੂਸਰਾ ਟੀਚਰਸ ਦਾ ਜਿਹੜਾ ਮਸਲਾ ਵਾ, ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹ ਜਿਹੜੀ ਸ਼ੁਰੂਆਤ ਹੈ, ਜਿਹੜਾ ਇਹ ਮਸਲਾ ਪਿਆ, ਇਹਦੀ ਸ਼ੁਰੂਆਤ ਅਕਾਲੀ ਦਲ ਵੇਲੇ ਹੋਈ ਹੈ, ਔਰ ਸਾਡੀ ਸਰਕਾਰ ਦੇ ਬੜੇ ਸੂਝਵਾਨ ਸਾਡੇ ਮੰਤਰੀ ਸਾਹਿਬ ਨੇ, ਸੋਢੀ ਸਾਹਿਬ, ਇਹਦਾ ਹੱਲ ਕੱਢਣਗੇ।
ਲੱਗੇ ਨੇ ਅਫਸਰਾਂ ਨਾਲ ਡਿਸਕਸ ਕਰ ਰਹੇ ਨੇ ਇਸ ਮਸਲੇ ਦਾ ਹੱਲ ਕੱਢਣ ਲਈ। ਮੈਨੂੰ ਸੈਕਟਰੀ ਸਾਹਿਬ ਇਹ ਹੱਲ ਕਿਵੇਂ ਦਾ ਹੱਲ ਕੱਢ ਰਹੇ ਆਪਾਂ? 42,000 ਤਨਖਾਹ ਲੈਣ ਵਾਲੇ ਨੂੰ ਕਹਿ ਰਹੇ ਕਿ 15,000 ਤਨਖਾਹ ਲੈ, ਇਹ ਕਿਵੇਂ ਦਾ ਹੱਲ ਹੈ? ਇਹ ਕਿਵੇਂ ਦਾ ਹੱਲ ਹੈਗਾ ਸਮੱਸਿਆ ਦਾ? ਦੇਖੋ ਮੈਂ ਇਹ ਅਜੇ ਫੈਸਲਾ ਤਾਂ ਨਹੀਂ ਨਾ ਹੋਇਆ, ਅਜੇ ਤੇ ਸਰਕਾਰ ਸੈਕਟਰੀ ਸਾਹਿਬ ਫੈਸਲਾ ਹੋ ਵੀ ਗਿਆ, ਫੈਸਲਾ ਵੀ ਹੋ ਗਿਆ, ਅਪਾਇੰਟਮੈਂਟ ਲੈਟਰ ਵੀ ਵੰਡ ਦਿੱਤੇ ਗਏ, ਟੀਚਰਾਂ ਨੂੰ ਮੁਅੱਤਲ ਕੀਤਾ ਜਾ ਰਿਹਾ, ਤਬਾਦਲੇ ਕੀਤੇ ਜਾ ਰਹੇ ਨੇ, ਉਹਨਾਂ ਦੀਆਂ ਸੀਟਾਂ ਖਾਲੀ ਕੀਤੀਆਂ ਜਾ ਰਹੀਆਂ। ਤੁਸੀਂ ਕਹਿ ਰਹੇ ਹੋ ਕਿ ਹਲੇ ਫੈਸਲਾ ਨਹੀਂ ਹੋਇਆ। ਫੈਸਲਾ ਤਾਂ ਹੋ ਚੁੱਕਾ ਹੈ, ਸਰਕਾਰ ਨੇ ਤਾਂ 2 ਟੁਕ ਜਵਾਬ ਦੇ ਦਿੱਤਾ ਹੈ ਕਿ ਜੇ 15,000 ਮਨਜ਼ੂਰ ਹੈ ਤਾਂ ਆ ਕੇ ਅਪਾਇੰਟਮੈਂਟ ਲੈਟਰ ਲੈ ਲਓ, ਨਹੀਂ ਤਾਂ ਤੁਹਾਡੀ ਛੁੱਟੀ। ਦੇਖੋ ਇਹ ਤੇ ਜਿਹੜੀ ਹੈ ਜਿਹੜੀ ਰੈਫਰੈਂਸ ਆਫ ਜਿਹੜੀ ਸੈਲਰੀਜ਼ ਹੈ, ਇਹ ਉਸ ਵੇਲੇ ਜਦੋਂ ਅਪਾਇੰਟਮੈਂਟ ਹੋਈ ਸੀਗੀ ਉਦੋਂ ਦੀ ਅਕਾਲੀ ਦਲ ਜਿਹੜਾ ਵਾ ਕੀਤਾ ਸੀਗਾ, ਉਦੋਂ ਦਾ ਝਗੜਾ ਚੱਲਦਾ ਪਿਆ। ਕੋਈ ਨਾ ਕੋਈ ਕੈਪਟਨ ਅਮਰਿੰਦਰ ਸਿੰਘ ਜੀ ਇਹਦੇ ਤੇ ਕੋਈ ਨਾ ਕੋਈ ਸੈਕਟਰੀ ਸਾਹਿਬ ਮੈਂ 1 ਮਿੰਟ ਆਣਾ, ਮੈਂ ਇਹਦਾ ਜਵਾਬ ਮੈਂ 1 ਮਿੰਟ ਇਹਦਾ ਜਵਾਬ ਅਕਾਲੀ ਦਲ ਤੋਂ ਨਹੀਂ ਲੈਂਦਾ, ਇਹਦਾ ਜਵਾਬ ਮੈਂ ਤਰਲੋਚਨ ਸਿੰਘ ਹੋਰਾਂ ਤੋਂ ਲੈ ਲੈਣਾ। ਸੀਨੀਅਰ ਪੱਤਰਕਾਰ ਨੇ। ਤਰਲੋਚਨ ਸਿੰਘ ਜੀ, ਇਹ ਗੱਲ ਠੀਕ ਹੈ ਕਿ ਜਿਹੜਾ ਨਵਾਂ ਰੂਲ ਟੀਚਰਾਂ ਲਈ ਬਣਾਇਆ ਗਿਆ, ਇਹ ਪਿਛਲੀ ਸਰਕਾਰ ਬਣਾ ਗਈ ਸੀ, ਉਸ ਨੂੰ ਇਹ ਫੋਲੋ ਕਰ ਰਹੇ ਨੇ? ਦੇਖੋ ਸੇਖੜੀ ਸਾਹਿਬ ਮੇਰੇ ਮਿੱਤਰ ਵੀ ਨੇ ਤੇ ਬਹੁਤ ਵਧੀਆ ਕਾਂਗਰਸ ਦੇ ਲੀਡਰ ਨੇ, ਉਹਨਾਂ ਦੀ ਡਿਊਟੀ ਬਣਦੀ ਹੈ ਵੀ ਆਪਣੀ ਸਰਕਾਰ ਨੂੰ ਪ੍ਰੋਟੈਕਟ ਕਰਨਾ। ਪਰ ਸੇਖੜੀ ਸਾਹਿਬ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਹੈ 42,300 ਰੁਪਈਆ ਜਿਹੜੇ ਟੀਚਰ ਪਟਿਆਲੇ ਬੈਠੇ ਨੇ, ਧਰਨੇ ਤੇ ਬੈਠੇ ਨੇ, ਮਰਨ ਵਰਤ ਰੱਖ ਰਹੇ ਨੇ, ਬਹੁਤ ਪਰੇਸ਼ਾਨ ਨੇ, ਉਹਨਾਂ ਨੂੰ 42,300 ਰੁਪਈਆ ਪਿਛਲੇ ਸਮੇਂ ਤੋਂ ਤਨਖਾਹ ਮਿਲਦੀ ਆ ਰਹੀ ਹੈ, ਪਿਛਲੀ ਸਰਕਾਰ ਤੋਂ ਮਿਲਦੀ ਆ ਰਹੀ ਹੈ। ਉਹ ਠੇਕੇ ਤੇ ਸੀ, ਹੁਣ ਕੈਪਟਨ ਸਰਕਾਰ ਕਹਿੰਦੀ ਵੀ ਇਹਨਾਂ ਨੂੰ ਰੈਗੂਲਰ ਕਰਾਂਗੇ, ਪਰ ਰੈਗੂਲਰ ਇਸ ਕੰਡੀਸ਼ਨ ਤੇ ਕਰਾਂਗੇ ਵੀ ਇਹ 3 ਸਾਲ 42,300 ਦੀ ਥਾਂ ਤੇ 15,000 ਤਨਖਾਹਾਂ ਲੈਣ। ਤੇ ਸੈਕਟਰੀ ਸਾਹਿਬ ਇਹਦੇ ਤੇ ਫੈਸਲਾ ਵੀ ਹੋ ਗਿਆ। 12 ਤਰੀਕ ਨੂੰ ਸੋਨੀ ਸਾਹਿਬ ਨੇ, ਤੁਹਾਡੀ ਸਰਕਾਰ ਨੇ, ਜਿਹੜੇ ਵਿਚਾਰੇ ਅਧਿਆਪਕ ਡਰੇ ਸੀ, ਜਿਨ੍ਹਾਂ ਨੂੰ ਲੱਗਦਾ ਸੀ ਵੀ ਜੇ ਅਸੀਂ ਵੀ ਧਰਨੇ ਤੇ ਬਹਿ ਕੇ ਸਾਨੂੰ ਕੱਢ ਦਿੱਤਾ ਜਾਊਗਾ, ਕੁਝ ਟੀਚਰ ਨੇ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਦਿੱਤੀ ਹੈ ਇਸ ਸ਼ਰਤ ਤੇ ਵੀ 3 ਸਾਲ ਤੁਸੀਂ 15,000 ਰੁਪਇਆ ਤਨਖਾਹ ਲਓਗੇ। ਸੋ ਇਸ ਕਰਕੇ ਇਸ ਤੋਂ ਵੱਡਾ ਧੱਕਾ ਸੰਭਵ ਨਹੀਂਗਾ। ਜਿਵੇਂ ਹਰਪ੍ਰੀਤ ਉਹਨਾਂ ਨੇ ਕਿਹਾ, ਸੋਨੀ ਸਾਹਿਬ ਨੇ ਮੁਅੱਤਲੀਆਂ ਦੀ ਤੇ ਬਦਲੀਆਂ ਦੀ ਇੰਨੀ ਹਨੇਰੀ ਲਿਆਂਦੀ ਹੈ ਵੀ ਪੰਜਾਬ ਦੀ ਟ੍ਰੇਡ ਯੂਨੀਅਨ ਨੇ ਪਰਸੋਂ ਫੈਸਲਾ ਕੀਤਾ ਵੀ ਹੁਣ ਕੱਲੇ ਕੋਟੇ ਨਹੀਂ ਖਾਵਾਂਗੇ, ਸਾਰੇ ਇਕੱਠੇ ਹੋ ਕੇ ਮਨਪ੍ਰੀਤ ਦੇ ਘਰ ਤੇ ਸੋਨੀ ਸਾਹਿਬ ਦੇ ਘਰ ਜਾ ਕੇ ਧਰਨਾ ਮਾਰਾਂਗੇ। ਬੜੀ ਸੀਰੀਅਸ ਕੰਡੀਸ਼ਨ ਬਣੀ ਪਈ ਹੈ। ਸੁਖਪਾਲ ਸਿੰਘ ਗਿੱਲ ਸਰਕਾਰੀ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਨੇ, ਉਹ ਵੀ ਸਾਡੇ ਨਾਲ ਜੁੜੇ ਹੋਏ ਨੇ। ਗਿੱਲ ਸਾਹਿਬ, ਸਮੱਸਿਆਵਾਂ ਬੜੀਆਂ ਵੱਡੀਆਂ ਨੇ ਮੁਲਾਜ਼ਮਾਂ ਦੀਆਂ ਸਰਕਾਰ ਦੇ ਪ੍ਰਤੀ, ਥੋੜਾ ਦੱਸੋਗੇ ਕਿ ਸਰਕਾਰ ਕਹਿ ਰਹੀ ਹੈ ਕਿ ਅਸੀਂ ਸੁਚੇਤ ਹਾਂ, ਮੁਲਾਜ਼ਮਾਂ ਦੀ, ਟੀਚਰਾਂ ਦੀ, ਕਿਸਾਨਾਂ ਦੀ ਬਾਂਹ ਫੜ ਰਹੇ ਹਾਂ ਔਰ ਸਮੱਸਿਆ ਹੱਲ ਹੋ ਰਹੀ ਹੈ। ਨਹੀਂ, ਬਿਲਕੁਲ ਗਲਤ ਗੱਲ ਆ ਜੀ। ਨਾ ਤਾਂ ਕਿਸੇ ਮੁਲਾਜ਼ਮ ਦੀ ਬਾਂਹ ਫੜੀ ਜਾ ਰਹੀ ਆ, ਨਾ ਕਿਸੇ ਮਤਲਬ ਕਿਸਾਨ ਯੂਨੀਅਨ ਦੀ ਕਿਸੇ ਦੀ ਬਾਂਹ, ਜਾਂ ਕਿਸਾਨ ਦੀ ਕਿਸੇ ਦੀ ਬਾਂਹ ਫੜੀ ਜਾ ਰਹੀ ਹੈ। ਸਮੱਸਿਆ ਇਸ ਮਸਲੇ ਦੇ ਉੱਤੇ ਤਾਂ ਬਿਲਕੁਲ, ਜੇ ਕਿਸੇ ਵੀ ਆਪਾਂ ਮਹਿਕਮੇ ਨੂੰ ਦੇਖ ਲਈਏ, ਕਿਤੇ ਵੀ ਕਿਸਾਨ ਨੂੰ ਦੇਖ ਲਈਏ, ਤਾਂ ਉਹਦੇ ਸਮੱਸਿਆਵਾਂ ਅੱਗੇ ਨੂੰ ਵਧੀਆਂ ਨੇ, ਘਟੀਆਂ ਨੇ। ਕੀ ਮਸਲਾ ਕੀ ਹੈ ਤੁਹਾਡਾ? ਹੁਣ ਸਾਡਾ ਮਸਲਾ ਇਹ ਆ ਵੀ ਪਿਛਲੇ ਦਿਨਾਂ ਦੇ ਵਿੱਚ ਸਾਡੀ ਭੈਣ ਆ ਜਸਵਿੰਦਰ ਕੌਰ ਜੀ, ਸੀਨੀਅਰ ਸਹਾਇਕ ਨੇ ਰੋਜ਼ਗਾਰ ਡਿਪਾਰਟਮੈਂਟ ਦੇ ਵਿੱਚ ਲੁਧਿਆਣੇ 'ਚ ਜੀ, ਉਹਨਾਂ ਨੂੰ ਇੱਕ IAS ਅਫਸਰ ਵੱਲੋਂ ਇੱਕ ਕਮਰੇ 'ਚ ਹੀ ਕੈਦ ਕਰ ਦਿੱਤਾ ਗਿਆ 2-2.5 ਘੰਟੇ। ਉਹ ਪਾਣੀ ਤੱਕ ਮੰਗਦੀ, ਦਰਵਾਜ਼ਾ ਖੜਕਾਉਂਦੀ ਰਹੀ, ਕਿਸੇ ਨੇ ਉਹਨਾਂ ਨੂੰ ਨਾ ਪਾਣੀ ਦਿੱਤਾ, ਨਾ ਦਰਵਾਜ਼ਾ ਖੋਲ੍ਹਿਆ ਕਿਸੇ ਨੇ। ਤੇ ਅੱਜ ਤਕਰੀਬਨ ਇੰਨੇ ਦਿਨ ਨਿਕਲ ਗਏ, 6 ਤਰੀਕ ਦਾ ਵਾਕਾ ਇਹ, ਜਦ ਕਿ ਉਸ ਕਮਰੇ, ਉਸ ADC ਦਫ਼ਤਰ ਦੀਆਂ ਵੀਡੀਓ ਰਿਕਾਰਡਿੰਗ, CCTV ਦੀ ਵੀਡੀਓ ਰਿਕਾਰਡਿੰਗ ਇਸ ਗੱਲ ਦਾ ਸਭ ਤੋਂ ਵੱਡਾ ਸਬੂਤ ਆ ਵੀ ਵਾਕਈ ਉਹਨੂੰ ਬੰਦ ਕੀਤਾ ਗਿਆ। ਤੇ ਅੱਜ ਵੀ ਸਾਨੂੰ ਇੱਕ ਮੁਲਾਜ਼ਮ ਨੂੰ ਤੇ ਮੁਲਾਜ਼ਮ ਜਥੇਬੰਦੀਆਂ ਨੂੰ ਇੱਕ ਲਾਰਾ ਹੀ ਲਾਇਆ ਗਿਆ ਵੀ ਤੁਸੀਂ ਐਵੀਡੈਂਸ ਲੈ ਕੇ ਆਓ। ਕੀ ਜਸਵਿੰਦਰ ਕੌਰ ਨੂੰ ਪਤਾ ਸੀ ਵੀ ਮੈਨੂੰ ਉੱਥੇ ਉਹਨੇ ਬੰਦ ਕਰਨਾ ਜੇ ਉਹ 4 ਬੰਦੇ ਨਾਲ ਲੈ ਕੇ ਤੁਰਦੀ? ਇਸ ਕਰਕੇ ਇਹਦਾ ਬਹੁਤ ਜ਼ਿਆਦਾ ਧੱਕੇਸ਼ਾਹੀ ਹੋ ਰਹੀ ਆ, ਇੱਥੇ ਕੋਈ ਇਨਸਾਫ ਨਾ ਦੀ ਕੋਈ ਚੀਜ਼ ਨਹੀਂ ਹੈ। ਠੀਕ ਹੈ, ਮੈਂ ਵਾਪਸ ਆਉਣਾ ਤੁਹਾਡੇ ਕੋਲ। ਹਾਂਜੀ, ਮਨਜਿੰਦਰ ਸਿੱਧੂ ਜੀ, ਕੀ ਕਹਿਣਾ ਚਾਹੋਗੇ ਇਸ ਪੂਰੇ ਮਸਲੇ? ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਵੀ ਕੋਈ ਸੁਧਾਰ ਕਰਨਾ ਹੋਵੇ ਤਾਂ ਸਭ ਤੋਂ ਪਹਿਲਾਂ ਇਨਸਾਨ ਆਪਣੇ ਘਰੋਂ ਕਰਦਾ। ਜੇਕਰ ਕਾਂਗਰਸ ਸਰਕਾਰ ਨੂੰ ਇਹ ਲੱਗਦਾ ਸੀ ਕਿ ਟੀਚਰਾਂ ਦੀ ਤਨਖਾਹ ਘੱਟ ਕਰਨ ਦੇ ਨਾਲ ਆਰਥਿਕ ਸਥਿਤੀ ਜਿਹੜੀ ਪੰਜਾਬ ਦੀ ਉਹ ਲੀਹ ਤੇ ਆ ਸਕਦੀ ਹੈ, ਤੇ ਸਭ ਤੋਂ ਪਹਿਲਾਂ ਇਹ ਆਪਣੇ ਜਿੰਨੇ MLA ਨੇ ਉਹਨਾਂ ਦੀ ਤਨਖਾਹ 15-15 ਹਜ਼ਾਰ ਕਰਦੀ। ਟੀਚਰ ਤਾਂ ਇੱਕ ਆਮ ਵਰਗ ਦੇ ਵਿੱਚੋਂ ਨੇ ਤੇ ਕੈਪਟਨ ਅਮਰਿੰਦਰ ਸਿੰਘ ਰਾਜੇ ਨੇ, ਤੇ ਉਹ ਆਪਣੀ ਤਨਖਾਹ ਜਿਹੜੀ ਹੈ ਸਭ ਤੋਂ ਪਹਿਲਾਂ ਉਹ 15,000 ਕਰਦੇ। ਦੂਜੀ ਗੱਲ ਹਰਪ੍ਰੀਤ ਜੀ ਇਹ ਹੈ
ਕਿ ਸਾਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਜਿੱਥੋਂ ਸਾਨੂੰ ਇਨਕਮ ਹੋਣੀ ਹੈ ਪੰਜਾਬ ਸਰਕਾਰ ਨੂੰ, ਉਹ ਤਾਂ ਸਾਰਾ ਕੁਝ ਅਸੀਂ ਪ੍ਰਾਈਵੇਟ ਲੋਕਾਂ ਦੇ ਹੱਥਾਂ ਦੇ ਵਿੱਚ ਦਿੱਤਾ ਹੈ। ਜੇ ਐਕਸਾਈਜ਼ ਮਹਿਕਮਾ, ਸ਼ਰਾਬ ਦੇ ਠੇਕੇ ਨੇ ਤਾਂ ਉਹ ਵੀ ਪ੍ਰਾਈਵੇਟ ਲੋਕਾਂ ਕੋਲ, ਜੇ ਟਰਾਂਸਪੋਰਟ ਹੈ, ਬੱਸਾਂ ਨੇ, ਉਹ ਵੀ ਪ੍ਰਾਈਵੇਟ ਲੋਕਾਂ ਕੋਲ, ਉਹ ਵੀ ਠੇਕੇ ਦੇ। ਜੇ ਆਪਾਂ ਸਾਰਾ ਕੁਝ ਠੇਕੇ ਤੇ ਦੇਣਾ ਹੈ ਤਾਂ ਫਿਰ ਇਹ ਕਾਂਗਰਸ ਸਰਕਾਰ ਇਹ ਕਰੇ ਕਿ ਸਰਕਾਰ ਵੀ ਠੇਕੇ ਤੇ ਦੇਵੇ ਤਾਂ ਸਾਰੇ ਮੰਤਰੀ ਜਿਹੜੇ ਆ ਉਹ ਘਰ ਨੂੰ ਚਲੇ ਜਾਣ। ਕਹਿਣ ਤੋਂ ਮਤਲਬ ਲਾਸਟ ਦੇ ਵਿੱਚ ਮੇਰਾ ਇਹ ਹੈ ਕਿ ਜਿਹੜੀ ਪੰਜਾਬ ਦੀ ਰਾਜਨੀਤੀ ਆ ਉਹਦਾ ਟ੍ਰੈਂਡ ਚੇਂਜ ਕਰਨਾ ਪਊਗਾ। ਹੁਣ ਤੱਕ ਇਹ ਚੱਲ ਰਿਹਾ ਕਿ ਜਿਹੜਾ ਵੀ ਮੁੱਦਾ ਭਖਵਾ ਹੈ ਉਹਨੂੰ ਜਲਦੀ ਤੋਂ ਜਲਦੀ ਹੋਰ ਮੁੱਦਾ ਲਿਆ ਕੇ ਚੇਂਜ ਕਰ ਦਿਓ। ਸੋ ਇਹ ਜਿਹੜੀ ਰਾਜਨੀਤੀ ਹੈ ਬਹੁਤ ਖਰਾਬ ਹੈ। ਸਾਨੂੰ ਇਹ ਰਾਜਨੀਤੀ ਕਰਨੀ ਚਾਹੀਦੀ ਹੈ ਕਿ ਜਿਹੜਾ ਵੀ ਮੁੱਦਾ ਹੈ ਉਹਨੂੰ ਸਿੰਸੀਅਰਲੀ ਪੂਰੇ ਚੰਗੇ ਤਰੀਕੇ ਨਾਲ ਉਹਦਾ ਜਿਹੜਾ ਹੱਲ ਕੱਢਿਆ ਜਾਵੇ ਤੇ ਪੰਜਾਬ ਦੇ ਵਿੱਚ ਦੁਬਾਰਾ ਉਹ ਜਿਹੜਾ ਮੁੱਦਾ ਹੈ ਜਾਂ ਉਹਦੀ ਕੋਈ ਮੁਸ਼ਕਲ ਹੈ ਪੰਜਾਬ ਨੂੰ ਨਾ ਆਵੇ। ਠੀਕ ਹੈ ਤਾਰਨੀ ਸਾਹਿਬ, ਇਹ ਜਿਹੜੇ ਸਾਰੇ ਮੁੱਦੇ ਨੇ ਇਹ ਲੋਕਾਂ ਦੇ ਮੁੱਦੇ ਤਾਂ ਹੈ ਹੀ ਨੇ, ਪਰ ਸਿਆਸਤ ਦੇ ਮੁੱਦੇ ਵੀ ਨੇ, ਕਿਉਂਕਿ ਇਹ ਉਹੀ ਮੁੱਦੇ ਨੇ ਜਿਹੜੇ 2017 ਦੀਆਂ ਚੋਣਾਂ ਦੇ ਵਿੱਚ ਚੁੱਕੇ ਗਏ ਸੀ ਔਰ ਹਾਲੇ ਵੀ ਉਹ ਮੁੱਦੇ ਉਸੇ ਤਰ੍ਹਾਂ ਲਗਾਤਾਰ ਚੱਲਦੇ ਆ ਰਹੇ ਨੇ। ਹੁਣ 2019 ਦੀ ਵੀ ਇਲੈਕਸ਼ਨ ਆ ਰਹੀ ਹੈ, ਫਿਰ ਮੁੱਦਿਆਂ ਤੇ ਰਾਜਨੀਤੀ ਹੋਣੀ ਹੈ। ਕਾਂਗਰਸ ਪਾਰਟੀ ਵੀ ਇਹਨਾਂ ਮੁੱਦਿਆਂ ਤੇ ਸਿਆਸਤ ਕਰੇਗੀ ਔਰ ਤੁਸੀਂ ਵੀ ਇਹਨਾਂ ਮੁੱਦਿਆਂ ਤੇ ਸਿਆਸਤ ਕਰਨੋਂ ਪਿੱਛੇ ਨਹੀਂ ਹੋ। ਪਰ ਅਸਲ ਦੇ ਵਿੱਚ ਗੱਲ ਇਹ ਹੈ ਕਿ ਲੋਕ ਤਾਂ ਉੱਥੇ ਨਿਚੜ ਰਹੇ ਨੇ, ਭਾਵੇਂ ਉਹ ਪਿਛਲੀ ਸਰਕਾਰ ਵੇਲੇ ਸੀ ਭਾਵੇਂ ਹੁਣ ਸੀਗਾ। ਤੁਹਾਡੀ ਸਰਕਾਰ ਨਾਲ ਗਿਲੇ ਸ਼ਿਕਵੇ ਬੜੇ ਲੋਕਾਂ ਦੇ ਸੀ, ਹੁਣ ਵੀ ਸਰਕਾਰ ਦੇ ਨਾਲ ਗਿਲੇ ਸ਼ਿਕਵੇ ਬੜੇ ਨੇ। ਅਜਿਹੇ ਦੇ ਵਿੱਚ ਫਿਰ ਤੁਸੀਂ ਕਿਸ ਮੂੰਹ ਦੇ ਨਾਲ ਲੋਕਾਂ ਤੱਕ, ਇਹ ਸਿਆਸੀ ਪਾਰਟੀਆਂ ਦੀ ਮੈਂ ਪੂਰਿਆਂ ਦੀ ਗੱਲ ਕਰ ਰਿਹਾ, ਕਿਵੇਂ ਲੋਕਾਂ ਤੱਕ ਇਤਬਾਰ ਤੁਸੀਂ ਯਕੀਨ ਦਿਵਾਓਗੇ? ਜਿਵੇਂ ਤਰਲੋਚਨ ਸਿੰਘ ਜੀ ਨੇ ਕਿਹਾ, ਇਹ ਤਾਂ ਸਿੱਧਾ ਸਿੱਧਾ ਲੋਕਾਂ ਨਾਲ ਧੋਖਾ ਹੋ ਗਿਆ ਕਿ ਆਹ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀ ਉਹ ਫੁੱਲਫਿਲ ਹਾਲੇ ਤੱਕ ਨਹੀਂ ਹੋਇਆ। ਹਾਲੇ ਵੀ ਇਹੀ ਕਿਹਾ ਜਾ ਰਿਹਾ ਕਿ ਨਾ ਤਾਂ ਖਜ਼ਾਨਾ ਹੈ ਸਾਡੇ ਕੋਲ, ਨਾ ਹਰੇ ਇੰਨਾ ਵਕਤ ਹੈ ਸਾਡੇ ਕੋਲ ਕਿ ਅਸੀਂ ਇਹ ਮੁੱਦੇ ਹੱਲ ਕਰ ਸਕੀਏ। ਫਿਰ ਕਿਵੇਂ ਗੱਲ ਬਣੇਗੀ? ਦੇਖੋ ਹਰਪ੍ਰੀਤ ਜੀ, ਇਹ ਜਿਹੜਾ ਪਿਛਲੇ ਟਾਈਮ ਦੇ ਵਿੱਚ ਨਾ ਜਿਹੜੀ ਇਹਨਾਂ ਨੇ ਪਿਛਲੀ ਇਲੈਕਸ਼ਨ ਲੜੀ ਨਾ, ਉਹ ਟੋਟਲੀ ਸੋਸ਼ਲ ਮੀਡੀਆ ਦੇ ਜਿਹੜੇ ਹੈਗਾ ਸਹਾਰੇ ਦੇ ਤੇ ਲੜੀ ਹੈਗੀ ਆ। ਉਹਦੇ ਵਿੱਚ ਸੋਸ਼ਲ ਮੀਡੀਆ ਤੇ ਜਿਹੜਾ ਇਹਨਾਂ ਨੇ ਵਿੱਚੇ ਆਮ ਆਦਮੀ ਪਾਰਟੀ ਰਲੀ ਵੀ ਸੀ, ਵਿੱਚੇ ਕਾਂਗਰਸ ਰਲੀ ਵੀ ਸੀ। ਇਹਨਾਂ ਨੇ ਨਾਲ ਇਹਨਾਂ ਦਾ ਇੱਕ ਉਹ ਸਹਾਇਕ ਸੀ ਜਿਹੜਾ ਪ੍ਰਸ਼ਾਂਤ ਕਿਸ਼ੋਰ, ਇਹਨਾਂ ਨੇ ਉਸ ਤੇ ਜਿਹੜਾ ਸਭ ਤੋਂ ਵੱਡੇ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਵੀ ਜਿਹੜੇ ਕਿਸਾਨ ਹੈਗੇ ਆ ਉਹ ਜਿਹੜੇ ਹੈਗੇ ਆ ਖੁਦਕੁਸ਼ੀਆਂ ਕਰ ਰਹੇ ਆ, ਇੰਡਸਟਰੀ ਪੰਜਾਬ ਦੇ ਵਿੱਚੋਂ ਪਲਾਇਨ ਕਰ ਰਹੀ ਆ, ਮੁਲਾਜ਼ਮ ਵਰਗ ਆ ਉਹ ਇਸ ਤਰ੍ਹਾਂ ਹੋ ਰਿਹਾ, ਪੰਜਾਬ ਨਸ਼ੇ ਦੇ ਵਿੱਚ ਹੈਗਾ। ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ, ਜਾਂ ਤਾਂ ਇਹ ਕਹਿੰਦੇ ਦੇਖੋ ਉਹਨਾਂ ਟਾਈਮਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਗੁਟਕਾ ਲੈ ਕੇ ਕਿਹਾ ਜੀ 4 ਹਫ਼ਤੇ ਦੇ ਵਿੱਚ ਮੈਂ ਜਿਹੜਾ ਹੈਗਾ ਨਸ਼ਾ ਖਤਮ ਕਰ ਦੂੰਗਾ, ਉਹ ਨਸ਼ਾ ਖਤਮ ਨਹੀਂ ਹੋਇਆ। ਮੁਲਾਜ਼ਮ ਤਰਾ ਕਰ ਰਹੇ ਆ, ਨੌਕਰੀ ਦੀ ਗੱਲ ਹੈ ਜਿਹੜੀ। ਦੇਖੋ ਹੁਣ ਜਿਹੜੀ ਤੁਹਾਡਾ ਕੁਐਸਚਨ ਬੜਾ ਕਲੀਅਰ ਕੁਐਸਚਨ ਇਹ ਹੈਗਾ ਵੀ ਤੁਸੀਂ ਇਹ ਰਾਜਨੀਤੀ, ਅਸੀਂ ਰਾਜਨੀਤੀ ਨਹੀਂ ਕਰ ਰਹੇ, ਅਸੀਂ ਉਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਸੀਂ ਲੋਕਾਂ ਦੇ ਨਾਲ ਵਾਅਦੇ ਕਰਕੇ ਜਿਹੜਾ ਹੈਗਾ ਲੋਕਾਂ ਦੇ ਵਿੱਚ ਆਏ ਹੈਗੇ ਆ, ਲੋਕਾਂ ਦੇ ਨੁਮਾਇੰਦੇ ਬਣ ਕੇ ਆਏ ਹੈਗੇ ਆ। ਹੁਣ ਲੋਕਾਂ ਨੂੰ ਦੇਖੋ, ਆਮ ਆਦਮੀ ਪਾਰਟੀ ਦਾ ਤਾਂ ਭੋਗ ਪੈ ਗਿਆ। ਆਮ ਆਦਮੀ ਪਾਰਟੀ ਦਾ ਆਪੋਜੀਸ਼ਨ ਦੀ ਇੱਕ ਮਿੰਟ ਅਕਾਲੀ ਦਲ ਦਾ ਤਕੜੀ ਦਾ ਛਾਬਾ ਟੁੱਟ ਗਿਆ। ਉਹ ਕੋਈ ਗੱਲ ਨਹੀਂ, ਤੁਸੀਂ ਆਮ ਆਦਮੀ ਪਾਰਟੀ ਦਾ ਤਾਂ ਭੋਗ ਪੈ ਗਿਆ, ਉਹ ਤਾਂ ਆਪਸ ਦੇ ਵਿੱਚ ਖੇਰੂ ਖੋਰੂ ਹੋਏ ਬੈਠੇ ਆ। ਉਹ ਜਿਹੜੀ ਆਪੋਜੀਸ਼ਨ ਦੀ ਉਹਨਾਂ ਨੇ ਭੂਮਿਕਾ ਨਿਭਾਉਣੀ ਸੀ, ਉਹਨਾਂ ਤਾਂ ਨਿਭਾ ਨਹੀਂ ਸਕਦੇ, ਨਿਭਾ ਨਹੀਂ ਰਹੇ। ਔਰ ਉਹ ਸਾਰਾ ਕੁਝ ਅਕਾਲੀ ਦਲ ਜਿਹੜਾ ਹੈਗਾ, ਦੇਖੋ ਨਾ ਹੁਣ ਇਹ ਜਿਹੜੀਆਂ ਗੱਲਾਂ ਕਰਦੇ ਹੈਗੇ ਆ, ਅਕਾਲੀ ਦਲ ਦਾ ਤੁਸੀਂ ਇਹ ਦੇਖੋ ਪਰਸੈਂਟੇਜ ਆਫ ਵੋਟ ਕਿੰਨਾ ਸੀ ਇਸ ਇਲੈਕਸ਼ਨ ਦੇ ਵਿੱਚ। ਹਾਲੇ ਵੀ ਲੋਕਾਂ ਦੇ ਵਿੱਚ ਜੇ ਆਪੋਜੀਸ਼ਨ ਦੇ ਵਿੱਚ ਪਾਰਟੀ ਹੈਗੀ ਆ, ਕਾਂਗਰਸ ਹੀ ਅਕਾਲੀ ਦਲ ਹੀ ਹੈਗੀ ਹੈ। ਔਰ ਅਕਾਲੀ ਦਲ ਹੀ ਲੋਕਾਂ ਦੇ ਮੁੱਦੇ ਚੱਕ ਕੇ ਜਿਹੜੀ ਹੈਗੇ ਕਾਂਗਰਸ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹਨੂੰ ਸਿਆਸਤ ਨਹੀਂ ਆਪਾਂ ਕਹਿ ਸਕਦੇ। ਸੈਕਟਰੀ ਸਾਹਿਬ ਤੋਂ ਲੈ ਲਈਏ ਇੱਕ ਮਿੰਟ ਰਿਪਲਾਈ। ਸੈਕਟਰੀ ਸਾਹਿਬ, ਗੱਲ ਇਹ ਹੈ ਜਿਸ ਤਰ੍ਹਾਂ ਤਰਲੋਚਨ ਸਿੰਘ ਹੋਰਾਂ ਨੇ ਵੀ ਕਿਹਾ ਕਿ ਵਿੱਤ ਵਿਭਾਗ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਵਿੱਤ ਵਿਭਾਗ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਵਿੱਤ ਵਿਭਾਗ ਦਾ ਨਾ ਤਾਂ ਕੋਈ ਵਤੀਰਾ ਅਜਿਹਾ ਲੱਗਦਾ ਕਿ ਨਾ ਸਾਰੇ ਮਸਲੇ ਨੂੰ ਹੱਲ ਕੀਤਾ ਜਾਏਗਾ, ਨਾ ਹੀ ਕੋਈ ਕੋਸ਼ਿਸ਼ ਨਜ਼ਰ ਆ ਰਹੀ ਹੈ। ਦੇਖੋ, ਮੈਂ ਸਮਝਦਾ ਹਾਂ ਕਿ ਪੰਜਾਬ ਦੇ ਵਿੱਚ ਇੱਕ ਬਹੁਤ ਗੰਭੀਰ ਸਮਾਂ ਚੱਲ ਰਿਹਾ, ਬੜਾ ਕ੍ਰਿਟੀਕਲ ਸਮਾਂ ਹੈ ਔਰ ਇਹਦੇ ਵਿੱਚ ਪੰਜਾਬ ਦੀਆਂ ਨੀਹਾਂ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਇਹ ਪਿਛਲੇ ਸਰਕਾਰਾਂ ਨੇ, ਅਕਾਲੀ ਦਲ ਬੀਜੇਪੀ ਸਰਕਾਰਾਂ ਨੇ ਨੀਹਾਂ ਹਿਲਾ ਦਿੱਤੀਆਂ। ਇੱਥੋਂ ਦੀ ਇਕਨੋਮਿਕ ਜਿਹੜਾ ਸੈਟਅਪ ਸੀ ਸਾਰਾ ਦਵਸਤ ਹੋ ਗਿਆ। ਕੋਈ ਇੰਡਸਟਰੀ ਇੱਥੋਂ ਦੀ ਚੱਲ ਨਹੀਂ ਰਹੀ ਹੈ, ਕੋਈ ਟ੍ਰੇਡ ਇੱਥੇ ਨਹੀਂ ਚੱਲ ਰਿਹਾ, ਬਾਹਰੋਂ ਕੋਈ ਬੰਦਾ ਪੈਸੇ ਲਾਉਣ ਨੂੰ ਤਿਆਰ ਨਹੀਂ ਹੋ ਰਿਹਾ, ਵਿਸ਼ਵਾਸ ਨਹੀਂ ਹੋ ਰਿਹਾ। ਮੈਂ ਸਮਝਦਾ ਕਿ ਅਸੀਂ ਸਾਰੇ ਮੁੱਦੇ ਸੈਕਟਰੀ ਸਾਹਿਬ ਹੁਣ ਤਾਂ ਬੜਾ ਚਿਰ ਹੋ ਗਿਆ ਸਰਕਾਰ ਬਣੇ, ਇਹ ਤਾਂ ਪਿਛਲੇ ਇਹ ਪਹਿਲੇ 3-4 ਮਹੀਨੇ ਗੱਲ ਜੱਚਦੀ ਸੀ, ਹੁਣ ਇਹ ਗੱਲ ਹਜਮ ਹੁੰਦੀ ਲੋਕਾਂ ਦੇ ਨਜ਼ਰ ਨਹੀਂ ਆਉਂਦੀ। ਹਾਂਜੀ ਗੁਰੂ ਜੀ, ਇੱਕ ਗੱਲ ਧਿਆਨ ਨਾਲ ਸੁਣੋ, ਕੋਈ ਜਿਹੜੀ ਬਿਮਾਰੀ ਜਿਹੜੀ ਹੈ ਉਹ ਭਿਆਨਕ ਹੋਵੇ, ਉਹਨੂੰ ਠੀਕ ਕਰਨ ਨੂੰ ਸਮੇਂ ਲੱਗਦਾ।
ਇਹ ਕਿਹੜਾ ਕਿ ਸਿਰਦਰਦ ਦੀ ਦਵਾਈ ਸੀ ਕਿ ਸੈਰਾਡੋਨ ਦਿੱਤਾ ਤਾਂ ਠੀਕ ਹੋ ਗਿਆ। ਨਹੀਂ ਤੇ ਦਵਾਈਆਂ ਇਹ ਦਵਾਈਆਂ ਦੀਆਂ ਪੋਟਲੀਆਂ ਆਪਾਂ ਵੰਡੀਆਂ ਕਿਉਂ ਪਹਿਲਾਂ? ਔਰ ਸਾਡੀ ਸਰਕਾਰ ਜਦ ਇਹ ਆਪਾਂ ਇਲੈਕਸ਼ਨ ਤੋਂ ਪਹਿਲਾਂ ਹੀ ਵੰਡਦੇ ਸੀ ਦਵਾਈਆਂ। ਓਹੋ ਕੋਸ਼ਿਸ਼ ਤਾਂ ਜਾਰੀ ਹੈ ਨਾ ਜੀ। ਤੁਸੀਂ ਇੱਕ ਚੀਜ਼ ਦੇਖੋ, ਯਾਦ ਹੈ ਕਿ ਸਰਕਾਰ ਕੋਸ਼ਿਸ਼ ਨਹੀਂ ਕਰ ਰਹੀ, ਨਵੀਂ ਇੰਡਸਟਰੀਅਲ ਪਾਲਿਸੀ ਲੈ ਕੇ ਆਈ ਹੈ। ਅਗਰ ਜੋ ਕੁਝ ਇੰਡਸਟਰੀ ਆ ਜਾਂਦੀ ਹੈ, ਅਗਰ ਇੱਥੋਂ ਦੇ ਬਿਊਰੋਕ੍ਰੇਸੀ ਦੀ ਕੋਆਪਰੇਸ਼ਨ ਮਿਲੇਗੀ ਔਰ ਇੰਡਸਟਰੀ ਆਏਗੀ ਔਰ ਇੱਥੋਂ ਦੀ ਸਰਕਾਰ ਸਕਸੈਸਫੁਲ ਹੋ ਜਾਂਦੀ ਹੈ, ਇੱਥੇ ਫਿਰ ਜੀਐਸਟੀ ਜਦੋਂ ਪ੍ਰੋਡਕਸ਼ਨ ਵਧੇਗੀ ਤੇ ਰੋਜ਼ਗਾਰ ਵਧੇਗਾ ਔਰ ਜੀਐਸਟੀ ਵਧੇਗੀ ਤੇ ਸਾਡੇ ਸਾਰੇ ਜਿਹੜੇ ਆ ਤੁਸੀਂ ਮੁਲਾਜ਼ਮਾਂ ਦੀ ਤਨਖਾਹ ਜਿੰਨੀ ਮਰਜ਼ੀ ਦੇ ਲੈਣਾ। ਸੈਕਟਰੀ ਸਾਹਿਬ ਮੈਂ ਇੰਡਸਟਰੀ ਤੇ ਤਾਂ ਬਾਅਦ ਚ ਆਵਾਂਗਾ। ਜਿਹੜੇ ਹਾਲ ਫਿਲਹਾਲ ਮੁੱਦੇ ਨੇ ਉਹ ਤਾਂ ਇੰਡਸਟਰੀ ਤੋਂ ਵੱਖਰੇ ਨੇ। ਮੈਂ ਤਾਂ ਹੋਰ ਗੱਲ ਕਰ ਰਿਹਾ, ਮੈਂ ਤਾਂ ਮੁਲਾਜ਼ਮਾਂ ਦੀ ਗੱਲ ਕਰ ਰਿਹਾ, ਮੈਂ ਅਧਿਆਪਕਾਂ ਦੀ ਗੱਲ ਕਰ ਰਿਹਾ, ਮੈਂ ਕਿਸਾਨਾਂ ਦੀ ਗੱਲ ਕਰ ਰਿਹਾ। ਮੈਂ ਇੰਡਸਟਰੀ ਤੇ ਤਾਂ ਬਾਅਦ ਚ ਆਊਂਗਾ। ਪਹਿਲਾਂ ਜਿਹੜੇ ਇਹ ਤਿੰਨੇ ਵਰਗ ਨੇ ਇਹ ਤਾਂ ਸ਼ਾਂਤ ਕਰ ਲਈਏ ਆਪਾਂ। ਇਹਨਾਂ ਤਿੰਨਾਂ ਦੀ ਤਾਂ ਕੋਈ ਬਾਹ ਹੀ ਨਹੀਂ ਫੜ ਰਿਹਾ। ਮੈਂ ਤੁਹਾਡੇ ਕੋਲ ਆਣਾ, ਸਾਡੇ ਨਾਲ ਇੱਕ ਹੋਰ ਖਾਸ ਮਹਿਮਾਨ ਜੁੜ ਗਏ ਨੇ। ਸਾਡੇ ਨਾਲ ਜਗਜੀਤ ਸਿੰਘ ਜੀ ਨੇ, ਪ੍ਰਧਾਨ ਨੇ ਭਾਰਤੀ ਕਿਸਾਨ ਯੂਨੀਅਨ ਦੇ। ਜਗਜੀਤ ਜੀ ਮੇਰੀ ਆਵਾਜ਼ ਤੁਹਾਨੂੰ ਆ ਰਹੀ ਹੈ? ਜੀ ਜੀ ਸਰ। ਜਗਜੀਤ ਸਿੰਘ ਜੀ, ਜਿਹੜੀ ਗੱਲ ਇਹ ਕਹੀ ਜਾ ਰਹੀ ਹੈ, ਇਹ ਕਿਹਾ ਜਾ ਰਿਹਾ ਕਿ ਜੇ ਕੁਦਰਤੀ ਆਫਤ ਹੋਈ ਹੈ, ਜੇ ਨਮੀ ਰਹਿ ਗਈ ਹੈ ਝੋਨੇ ਦੇ ਵਿੱਚ, ਇਹਦੇ ਵਿੱਚ ਸਰਕਾਰ ਕੀ ਕਰੇ? ਜੇ ਮੌਸਮ ਖਰਾਬ ਹੋ ਗਿਆ, ਬਰਸਾਤ ਪੈ ਗਈ, ਇਹਦੇ ਵਿੱਚ ਸਰਕਾਰ ਸਿਰਫ ਕੇਂਦਰ ਨੂੰ ਅਪੀਲ ਕਰ ਸਕਦੀ ਹੈ ਕਿ ਨਮੀ ਦਾ ਜਿਹੜਾ ਮਿਕਦਾਰ ਹੈ ਉਹ ਵਧਾਇਆ ਜਾਵੇ। ਇਸ ਤੋਂ ਵੱਧ ਅਸੀਂ ਕੁਝ ਨਹੀਂ ਕਰ ਸਕਦੇ। ਦੇਖੋ ਜਿਹੜੀ ਇਹਨਾਂ ਦੀ ਇਹ ਗੱਲ ਹੈ, ਇਹ ਮੈਂ ਕਹਿੰਦਾ ਵੀ ਜਮਾਂ ਹਾਸੋਹੀਣੀ ਤੇ ਬੇਕਾਰ ਗੱਲ ਹੈ। ਬੜੀ ਕਲੀਅਰ ਇਹ ਸਾਫ਼ ਗੱਲ ਹੈ ਸ਼ੀਸ਼ੇ ਵਾਂਗੂ ਕਿ ਝੋਨੇ ਦੀ ਜਿਹੜੀ ਲਵਾਈ ਦਾ ਸਮਾਂ ਹੈ ਨਾ, ਉਹ ਇਹਨਾਂ ਨੇ ਲੇਟ ਕੀਤਾ। ਲੋਕਾਂ ਦੇ ਕਿਸਾਨਾਂ ਦੇ ਉੱਤੇ ਡਾਂਗ ਰੱਖ ਕੇ, ਸਿਰ ਦੇ ਉੱਤੇ ਡਾਂਗ ਰੱਖ ਕੇ ਕੀਤਾ ਕਿ ਝੋਨੇ ਦੀ ਲਵਾਈ ਪਿੱਛੇ ਕਰੋ। ਅਗਰ ਜਿਹੜਾ ਕਿਸਾਨ ਪਹਿਲਾਂ ਝੋਨਾ ਲਾਏਗਾ ਉਹ ਤੇ ਕੇਸ ਰਜਿਸਟਰ ਕਰਾਂਗੇ, ਉਹਦੀ ਪਨੀਰੀ ਵਾਵਾਂਗੇ, ਉਹਦਾ ਝੋਨਾ ਵਾ ਦਿਆਂਗੇ। ਔਰ ਉਹਦਾ ਅੱਜ ਸਬਕ ਸਿੱਟਾ ਇਹਨਾਂ ਦੇ ਵਿੱਚੋਂ ਮੈਂ ਤਾਂ ਇਹ ਸਮਝਦਾ, ਜਿੰਨੇ ਸਾਡੇ ਸਰਕਾਰ ਦੇ ਵਿੱਚ ਨੁਮਾਇੰਦੇ ਚੁਣ ਕੇ ਜਾਂਦੇ ਆ, ਇਹਨਾਂ ਦੇ ਵਿੱਚੋਂ ਐਜੂਕੇਟ ਬੰਦਾ ਕੋਈ ਨਹੀਂ, ਇਹਨਾਂ ਦੇ ਵਿੱਚੋਂ ਖੇਤੀਬਾੜੀ ਕਰਨ ਵਾਲਾ ਕੋਈ ਨਹੀਂ। ਇਹ ਲੋਕ ਪਤਾ ਨਹੀਂ ਕਿਸ ਸੋਚ ਦੇ ਵਿੱਚੋਂ ਉੱਭਰ ਕੇ ਆ ਜਾਂਦੇ ਆ, ਜਿਹਨੂੰ ਇਹ ਨਹੀਂ ਪਤਾਗਾ ਵੀ ਸਾਡੀ ਝੋਨੇ ਦੀ ਫਸਲ ਨੇ ਕਿੰਨੇ ਦਿਨ ਲੈਣੇ ਆ, ਕਿੰਨੇ ਦਿਨਾਂ ਦੇ ਵਿੱਚ ਇਹਨੇ ਪੱਕਣਾ ਤੇ ਤਿਆਰ ਹੋ ਕੇ ਕੱਟੀ ਜਾਣਾ ਹੈ। ਅਗਰ ਇਹਦੇ ਸਾਰੇ ਦਿਨ ਤੁਸੀਂ ਗਿਣ ਕੇ ਦੇਖੋਗੇ ਨਾ ਧਿਆਨ ਨਾਲ ਜੀ, ਤਾਂ ਕਣਕ ਦੀ ਜਿਹੜੀ ਬਜਾਂ ਦਾ ਜਿਹੜੇ ਤਰੀਕੇ ਨਾਲ ਲੋਕਾਂ ਨੂੰ ਇਹਨਾਂ ਨੇ ਇਹ ਕਿਹਾ ਸੀ ਨਾ ਵੀ ਪਰਾਲੀ ਨੂੰ ਅੱਗ ਨਹੀਂ ਲਾਉਣ ਦੇਣੀ ਅਸੀਂ, ਔਰ ਉਸ ਨੂੰ ਜੇਕਰ ਕਿਸਾਨ ਇਹਨਾਂ ਦੇ ਹੁਕਮ ਦੀ ਪਾਲਣਾ ਕਰਨ ਲੱਗਦੇ ਤਾਂ ਮੈਨੂੰ ਉਮੀਦ ਹੈ ਕਿ ਕਿਸਾਨ ਕਿਸੇ ਵੀ ਕੀਮਤ ਦੇ ਉੱਤੇ 1 ਦਸੰਬਰ ਤੋਂ ਪਹਿਲਾਂ ਕਣਕ ਦੀ ਬਜਾਂਦ ਨਹੀਂ ਸੀ ਕਰ ਸਕਦੇ। ਇਹ ਕਲੀਅਰ ਹੈ। ਔਰ ਇਹ ਸਭ ਇਹਨਾਂ ਦੀਆਂ ਝੂਠ ਆ, ਵਾਧੂ ਗੱਲਾਂ ਇਹਨਾਂ ਦੀਆਂ ਜਿਹੜੀਆਂ ਇਹ ਕਰ ਰਹੇ ਆ। ਜੋ ਮੌਇਸਚਰ ਅੱਜ ਵੱਧ ਆ ਰਿਹਾ ਹੈ ਜੀ, ਉਹਦੇ ਵਿੱਚ ਦੋ ਗੱਲਾਂ ਹੈ ਜੀ ਨੋਟ ਕਰਨ ਵਾਲੀਆਂ, ਬੜੀਆਂ ਇੰਪੋਰਟੈਂਟ ਮੈਂ ਗੱਲਾਂ ਦੱਸਣੀਆਂ ਚਾਹਾਂਗਾ ਇਸ ਵਿਸ਼ੇ ਉੱਤੇ। ਸਭ ਤੋਂ ਪਹਿਲਾਂ ਤਾਂ ਵੱਡੀ ਗੱਲ ਇਹ ਆ ਕਿ ਇਹਨਾਂ ਨੇ ਜਿਹੜੀ ਝੋਨੇ ਦੀ ਲਵਾਈ ਆ ਉਹ ਲੇਟ ਇੰਨੀ ਕਰਤੀ ਕਿ ਉਹਦੇ ਨਾਲ ਮੌਇਸਚਰ ਨੇ ਵਧਣਾ ਹੀ ਵਧਣਾ ਹੈ। ਅੱਜ ਜਿੰਨਾ ਮਰਜ਼ੀ ਜ਼ੋਰ ਲਾ ਲਈਏ, ਠੰਡੇ ਮੌਸਮ ਦੇ ਵਿੱਚ ਆ ਗਿਆ, ਮੌਇਸਚਰ ਘਟਣ ਦੀ ਕੋਈ ਹਾਲਾਤ ਹੀ ਨਹੀਂ ਪੈਦਾ ਹੋ ਸਕਦੇ। ਦੂਸਰੀ ਇੱਕ ਗੱਲ ਹੋਰ ਬੜੀ ਤਕੜੀ ਵੱਡੀ ਹੈ ਜਿਹੜੀ ਸਮਝਣ ਵਾਲੀ ਹੈ ਜੀ, ਇਹਨਾਂ ਦਾ ਸਿਸਟਮ ਇਹ ਜਿਹਾ ਇੰਨਾ ਐਤਕੀ ਗੰਦਲ ਗਿਆ ਹੈ ਕਿ ਸ਼ੈਲਰਾਂ ਵਾਲੇ ਵੀਰ, ਆੜਤੀਏ ਵੀਰ ਔਰ ਖਰੀਦ ਏਜੰਸੀਆਂ ਦੇ ਇੰਸਪੈਕਟਰ ਤੇ ਮੈਂ ਕਹੂੰਗਾ ਜਿਹੜਾ ਮਾਰਕੀਟ ਕਮੇਟੀ ਜਿਹੜੀ ਆਪਣੇ ਆਪ ਨੂੰ ਇਹ ਕਹਿ ਕੇ ਬੜਾ ਸਾਫ਼ ਆਪਦਾ ਪੱਲਾ ਝਾੜਦੀ ਆ ਕਿ ਅਸੀਂ ਤਾਂ ਕਿਸਾਨਾਂ ਦੇ ਨੁਮਾਇੰਦੇ ਆ, ਕਿਸਾਨਾਂ ਦੇ ਲੋਕ ਆ, ਕਿਸਾਨ ਪੱਖੀ ਆ, ਇਹ ਚਾਰੇ ਅਦਾਰੇ ਚਾਰੇ ਲੋਕ ਰਲ ਗਏ ਔਰ ਇਹਨਾਂ ਨੇ ਕੀਤਾ ਕੀ ਮੰਡੀਆਂ ਦੇ ਵਿੱਚ। ਇੰਸਪੈਕਟਰ ਨੇ ਦੇਖੋ ਮਾਲ ਖਰੀਦਣਾ ਸਾਡਾ ਕਿਹਨੇ ਹੈ, ਖਰੀਦ ਏਜੰਸੀ ਨੇ ਜੀ। ਸ਼ੈਲਰ ਮਾਲਕ ਦੀ ਕੀ ਡਿਊਟੀ ਹੈ? ਸ਼ੈਲਰ ਮਾਲਕ ਕਿਉਂ ਮੰਡੀ ਦੇ ਵਿੱਚ ਆਪੇ ਵੱਖਰੀ ਮਸ਼ੀਨ ਲੈ ਕੇ ਤੁਰਿਆ ਫਿਰਦਾ ਹੈ ਔਰ ਸ਼ੈਲਰ ਮਾਲਕ ਮੰਡੀ ਦੇ ਵਿੱਚ ਫਿਰਦਾ ਹੈ ਔਰ ਸਾਡਾ ਜਿਹੜਾ ਖਰੀਦ ਏਜੰਸੀ ਹੈ ਉਹ ਉਹਨੂੰ ਨਾਲ ਲਈ ਫਿਰਦੀ ਹੈ ਨਾਲ। ਉਸ ਤੋਂ ਅੱਗੇ ਮੈਂ ਕਹਿੰਦਾ ਮਾਰਕੀਟ ਕਮੇਟੀ ਜੀ ਦੀ ਡਿਊਟੀ ਬਣਦੀ ਹੈ ਵੀ ਕਿਸਾਨ ਦੀ ਲੁੱਟ ਨੂੰ ਬਚਾਉਣਾ, ਇਹਨੂੰ ਸੇਵ ਕਰਨਾ ਕਿਸਾਨ ਨੂੰ, ਉਹ ਨਾਲ ਖਰੀਦ ਏਜੰਸੀ ਦੇ ਔਰ ਨਾਲ ਸ਼ੈਲਰ ਮਾਲਕ ਦੇ, ਇਹਨਾਂ ਦਾ ਮੰਡੀ ਬੋਰਡ ਦਾ ਜਿਹੜਾ ਮੰਡੀ ਸੁਪਰਵਾਈਜ਼ਰ ਹੈ ਉਹ ਫਿਰਦਾ ਹੈ। ਔਰ ਜਦੋਂ ਇਹਦੇ ਡਿਫਰੈਂਸ ਆਏ ਹੈ, ਬਹੁਤ ਸਾਰੇ ਡਿਫਰੈਂਸ ਆਏ ਆ ਮੈਂ ਬਤੌਰ ਪੰਜਾਬ ਪ੍ਰਧਾਨ ਜੀ ਮੈਂ 6-7 ਮੰਡੀਆਂ ਆਪ ਜਾ ਕੇ ਚੈੱਕ ਕੀਤੀਆਂ, ਜਿਨ੍ਹਾਂ ਮੰਡੀਆਂ ਦੇ ਵਿੱਚ ਜਦੋਂ ਅਸੀਂ ਇਹ ਰਿਪੋਰਟਾਂ ਮੈਨੂੰ ਮਿਲਦੀਆਂ ਸੀਗੀਆਂ ਜੀ ਸਾਡਾ ਤਾਂ ਮੌਇਸਚਰ ਕੱਲ 19 ਸੀ, ਅੱਜ 21 ਆ ਗਿਆ ਜੀ, ਕੱਲ 21 ਸੀਗਾ ਅੱਜ 22 ਆ ਗਿਆ। ਮੈਂ ਦੇਖਦਾ ਸੀ ਵੀ ਇਹ ਇੱਕ ਨਵੀਂ ਗੱਲ ਆ ਵੀ ਮੌਇਸਚਰ ਵੱਧ ਕਿਉਂ ਰਿਹਾ ਹੈ, ਮਤਲਬ ਮੀਂਹ ਤਾਂ ਪਿਆ ਨਹੀਂ ਤੇ ਮੌਇਸਚਰ ਵਧਣ ਦੇ ਚਾਂਸ। ਐਕਚੁਅਲੀ ਗੱਲ ਇਹ ਸੀਗੀ ਕਿ ਕਿਸਾਨ ਨੂੰ ਫਸਾਇਆ ਗਿਆ ਕਿ ਤੇਰਾ ਮੌਇਸਚਰ ਤਾਂ ਵੀ ਦਿਨ ਬ ਦਿਨ ਵੱਧਦਾ ਹੀ ਜਾਣਾ, ਹੁਣ ਤੈਨੂੰ ਤਾਂ ਇਹ ਵੇਚਣਾ ਹੀ ਪੈਣਾ ਹੈ, ਕੱਟ ਲਵਾ ਕੇ ਵੇਚਣਾ ਪੈਣਾ ਹੈ।
ਅਗਰ ਕਿਤੇ ਉਹ ਮੌਇਸਚਰ ਘਟਦਾ ਨਜ਼ਰ ਆ ਜਾਂਦਾ ਤਾਂ ਕਿਸਾਨ ਹੋ ਸਕਦਾ 2 ਦਿਨ ਹੋਰ ਵੇਟ ਕਰ ਲੈਂਦਾ। ਔਰ ਇਹਨਾਂ ਦੀਆਂ ਮਸ਼ੀਨਾਂ ਨੇ ਮੌਇਸਚਰ ਆਏ ਦਿਨ ਕਿਸਾਨ ਦਾ ਵਧਾ ਕੇ ਦੱਸਿਆ। ਔਰ ਜਿਹੜੀਆਂ ਮੰਡੀਆਂ ਦੇ ਵਿੱਚ ਦਾਸ ਨੇ ਚੈੱਕ ਕੀਤਾ, ਮੈਂ 6 ਮੰਡੀਆਂ ਦੀ ਗੱਲ ਕਰ ਰਿਹਾ, ਮੈਂ 6 ਮੰਡੀਆਂ ਜਾ ਕੇ ਚੈੱਕ ਕਰਵਾਇਆ, ਜਿਹੜੀਆਂ ਢੇਰੀਆਂ ਦਾ ਮੌਇਸਚਰ 21 ਜਾਂ 22 ਦੱਸ ਰਹੇ ਸੀ, ਮਾਰਕੀਟ ਕਮੇਟੀ ਦੇ ਸੈਕਟਰੀਆਂ ਨੂੰ, ਉਹਨਾਂ ਦੇ ਅਧਿਕਾਰੀਆਂ ਨੂੰ ਸੱਦ ਕੇ ਮੈਂ ਚੈੱਕ ਕੀਤਾ ਤਾਂ ਉਹਨਾਂ ਢੇਰੀਆਂ ਦਾ ਮੌਇਸਚਰ ਕਿਸੇ ਦਾ 16 ਆਇਆ, ਕਿਸੇ ਦਾ 17 ਆਇਆ, ਕਿਸੇ ਦਾ 15 ਵੀ ਆਇਆ, ਈਵਨ ਕਿ 14 ਮੌਇਸਚਰ ਤੱਕ ਵੀ ਢੇਰੀਆਂ ਆਈਆਂ ਇਹਨਾਂ ਦੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੇ ਨਾਲ ਸਾਹਮਣੇ ਮੈਂ ਲਿਜਾ ਕੇ ਚੈੱਕ ਕਰਵਾਈਆਂ। ਤਾਂ ਮੇਰਾ ਮਤਲਬ ਕੀ ਹੈ, ਇੱਥੇ ਇਹ ਸਾਰਾ ਅਮਲਾ ਫੈਲਾ ਮਿਲ ਗਿਆ ਔਰ ਕਿਸਾਨ ਵਿਚਾਰੇ ਨੂੰ ਮਤਲਬ ਮੌਇਸਚਰ ਦੇ ਬਹਾਨੇ ਲੁੱਟਿਆ ਗਿਆ, ਸ਼ਰੇਆਮ ਲੁੱਟਿਆ ਗਿਆ। 4-4 ਕਿਲੋ, 5-5 ਕਿਲੋ, 7-7 ਕਿਲੋ, ਇੱਥੋਂ ਤੱਕ ਕਿ 8-8, 9-9 ਕਿਲੋ ਤੱਕ ਵੀ ਕਿਸਾਨਾਂ ਨੂੰ ਕਿਹਾ ਵੀ ਕਾਲ ਲਾਉਣੀ ਪਏਗੀ। ਚਲੋ ਠੀਕ ਹੈ, ਮੈਂ ਤੁਹਾਨੂੰ ਇੱਕ ਮਿੰਟ ਹੋਲਡ ਕਰਾਂਗਾ ਜਗਜੀਤ ਜੀ। ਸਾਡੇ ਨਾਲ ਖਾਸ ਮਹਿਮਾਨ ਵੀ ਜੁੜੇ ਹੋਏ ਨੇ, ਅਸ਼ਵਨੀ ਸੇਖੜੀ ਸਾਹਿਬ ਸੀਨੀਅਰ ਆਗੂ ਨੇ ਪੰਜਾਬ ਕਾਂਗਰਸ ਦੇ। ਸੇਖੜੀ ਸਾਹਿਬ, ਤੁਸੀਂ ਹੁਣੇ ਬਿਆਨ ਸੁਣ ਹੀ ਲਿਆ ਜਗਜੀਤ ਸਿੰਘ ਹੋਰਾਂ ਦਾ ਕਿ ਲੁੱਟਿਆ ਜਾ ਰਿਹਾ ਹੈ। ਸਾਰੀਆਂ ਖਰੀਦ ਏਜੰਸੀਆਂ ਹੋਣ, ਭਾਵੇਂ ਉਹ ਮੰਡੀ ਬੋਰਡ ਹੋਵੇ, ਭਾਵੇਂ ਉਹ ਆੜ੍ਹਤੀ ਹੋਣ, ਸ਼ੈਲਰ ਵਾਲੇ ਹੋਣ, ਸਾਰਿਆਂ ਨੇ ਰਲ ਕੇ ਅਜਿਹੀ ਵਿਉਂਤਬੰਦੀ ਕੀਤੀ ਹੈ ਕਿ ਕਿਸਾਨ ਨੂੰ ਮਜਬੂਰਨ ਕੱਟ ਲਵਾ ਕੇ ਆਪਣੀ ਫਸਲ ਵੇਚਣੀ ਪੈ ਰਹੀ ਹੈ। ਹੁਣ ਫਿਰ ਕੌਣ ਰਾਖਾ ਹੋਏਗਾ ਇਹਨਾਂ ਦਾ? ਦੇਖੋ, ਮੈਂ ਸਮਝਦਾ ਹਾਂ ਕਿ ਪੂਰਾ ਸਿਸਟਮ ਹੈਗਾ ਮੰਡੀ ਬੋਰਡ ਦਾ ਜਾਂ ਦੂਸਰੀ ਏਜੰਸੀਆਂ ਦਾ। ਅਗਰ ਜਿੱਥੇ ਕਿਤੇ ਕੋਈ ਐਸੀ ਗੱਲ ਹੋਈ ਹੈ, ਉਹ ਸਰਕਾਰ ਦੇ ਨੋਟਿਸ 'ਚ ਲਿਆਉਣੀ ਚਾਹੀਦੀ ਹੈ, ਉਹ ਸਰਕਾਰ ਉਹ 'ਤੇ ਪੂਰੀ ਕਾਰਵਾਈ ਕਰੇਗੀ। ਮੈਂ ਬਹੁਤ ਸਾਰੇ ਕਿਸਾਨਾਂ ਨੂੰ ਕੱਲ ਮਿਲਿਆ ਸੀਗਾ, ਸਿਰਫ ਇੱਕ ਕਿਸਾਨ ਨੇ ਕਿਹਾ ਕਿ ਮੈਨੂੰ ਮੌਇਸਚਰ ਦੀ ਪ੍ਰੋਬਲਮ ਆਈ ਹੈ, ਬਾਕੀਆਂ ਨੇ ਕਿਹਾ ਮੈਨੂੰ ਪੂਰੇ ਪੈਸੇ ਮਿਲੇ ਨੇ। ਕੱਲ ਮੈਂ ਕਰੀਬਨ 30-40 ਪਿੰਡਾਂ ਦੇ ਕਿਸਾਨਾਂ ਨੂੰ ਪਰਸਨਲੀ ਮਿਲਿਆ ਔਰ ਮੈਂ ਪਿੰਡਾਂ 'ਚ ਦੌਰਾ ਕੀਤਾ ਸੀ। ਲੋਕਾਂ ਨੂੰ ਮੈਂ ਪੁੱਛਿਆ ਸੀਗਾ, ਕਿਉਂਕਿ ਜਿਹੜੀ ਫੀਡਬੈਕ ਕਿਸਾਨ ਦੇ ਪਿੰਡ 'ਚ ਜਾ ਕੇ ਮਿਲਣੀ ਆ, ਮੰਡੀ 'ਚ ਨਹੀਂ ਮਿਲਣੀ। ਉੱਥੇ ਮੈਨੂੰ ਇੱਕ ਬੰਦੇ ਨੇ ਜ਼ਰੂਰ ਕਿਹਾ ਕਿ ਭਾਜੀ ਐਰਕੀ ਸਾਨੂੰ ਮੌਇਸਚਰ ਦੀ ਬਾਹਰ ਪਈ ਹੈ। ਸੇਖੜੀ ਸਾਹਿਬ, ਅਜਿਹਾ ਕਿਹੜਾ ਕਿਸਾਨ ਹੋਏਗਾ, ਕਿਹੜੇ ਕਿਸਾਨ ਨੂੰ ਸ਼ੌਂਕ ਹੋਏਗਾ ਕਿ ਉਹ ਭੁੱਖ ਹੜਤਾਲ ਤੇ ਬੈਠੇ, ਮੰਡੀਆਂ ਦੇ ਵਿੱਚ ਬੈਠੇ, ਸੜਕਾਂ ਤੇ ਧਰਨਾ ਮਾਰੇ? ਕਿਹੜੇ ਕਿਸਾਨ ਨੂੰ ਅਜਿਹਾ ਸ਼ੌਂਕ ਹੈ ਕਿ ਉਹ ਇਹ ਸਭ ਕੁਝ ਕਰੇ? ਜੇ ਸਭ ਕੁਝ ਠੀਕ ਹੈ, ਤੁਹਾਡੇ ਕਹਿਣ ਮੁਤਾਬਕ ਜੇ ਸਭ ਕੁਝ ਠੀਕ ਹੈ, ਫਿਰ ਕਿਸਾਨ ਗਲਤ ਨਹੀਂ? ਪ੍ਰੋਪਰ ਸਿਸਟਮ ਹੈਗਾ। ਜਿੱਥੇ ਕਿਤੇ ਗਲਤੀ ਹੋ ਰਹੀ ਹੈ, ਦੇਖੋ ਜਿੱਥੇ ਕਿਤੇ ਗਲਤੀ ਹੋਈ ਹੈ, ਕਿਤੇ ਅਫਸਰ ਨੇ ਜਾਂ ਕਿਸੇ ਏਜੰਸੀ ਨੇ ਗਲਤੀ ਕੀਤੀ, ਉਹਦੀ ਸ਼ਿਕਾਇਤ ਹੋਣੀ ਚਾਹੀਦੀ ਹੈ ਔਰ ਸਰਕਾਰ ਉਹਦੇ ਖਿਲਾਫ ਪੂਰੀ ਕਾਰਵਾਈ ਕਰੇਗੀ। ਕੈਪਟਨ ਅਮਰਿੰਦਰ ਸਿੰਘ ਜੀ ਦਾ ਇੱਕੋ ਮਕਸਦ ਹੈ ਕਿ ਕਿਸਾਨ ਨੂੰ ਆਪਣੀ ਫਸਲ ਦਾ ਪੂਰਾ ਮੁੱਲ ਮਿਲੇ, ਉਹ ਪੂਰੇ ਟਾਈਮ ਸਿਰ ਮਿਲੇ ਔਰ ਇੱਕ ਇੱਕ ਦਾਣਾ ਜਿਹੜਾ ਚੁੱਕਿਆ ਜਾਵੇ। ਸੇਖੜੀ ਸਾਹਿਬ, ਇੰਸਪੈਕਟਰ ਤਾਂ ਨਜ਼ਰ ਆ ਨਹੀਂ ਰਹੇ ਮੰਡੀਆਂ ਦੇ ਵਿੱਚ। ਅਗਰ ਕੋਈ ਬੰਦਾ ਮੰਡੀਆਂ ਦੇ ਵਿੱਚ ਇੰਸਪੈਕਟਰ ਤਾਂ ਨਜ਼ਰ ਆ ਨਹੀਂ ਰਹੇ। ਕਿਸਾਨ ਜਥੇਬੰਦੀਆਂ ਦਾ ਰੋਸ ਇਹ ਹੈ ਕਿ ਜਿਨ੍ਹਾਂ ਕਿਸਾਨਾਂ ਦੇ ਹੱਕਾਂ ਦੀ ਜਿਹਨੇ ਪ੍ਰੋਟੈਕਸ਼ਨ ਕਰਨੀ ਹੈ, ਉਹੀ ਮੰਡੀਆਂ ਚੋਂ ਗਾਇਬ ਹੈ, ਉਹੀ ਨਹੀਂ ਹੈਗਾ ਮੰਡੀਆਂ ਦੇ ਵਿੱਚ, ਤੇ ਫਿਰ ਅੱਗੋਂ ਕਿਸ ਨੇ ਬਾਹ ਫੜਨੀ ਹੈ? ਚਲੋ ਮੇਰੇ ਕੋਲ ਟਾਈਮ ਘੱਟ ਹੈ। ਹਾਂਜੀ ਤਰਲੋਚਨ ਸਿੰਘ ਜੀ, ਇਹ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਸਭ ਕੁਝ ਠੀਕ ਹੈ, ਜੇ ਸਭ ਕੁਝ ਠੀਕ ਹੈ ਤਾਂ ਸਮਝ ਤੋਂ ਬਾਹਰ ਹੈ ਕਿ ਭਾਵੇਂ ਉਹ ਅਧਿਆਪਕ ਹੋਣ, ਮੁਲਾਜ਼ਮ ਹੋਣ ਜਾਂ ਕਿਸਾਨ ਹੋਣ, ਇਹ ਕਿਉਂ ਫਿਰ ਇਸ ਤਰ੍ਹਾਂ ਦੇ ਐਜੀਟੇਸ਼ਨ ਕਰਦੇ ਨੇ? ਹਰਪ੍ਰੀਤ, ਮੈਂ ਇੱਕ ਗੱਲ ਭੁੱਲ ਗਿਆ ਸੀ। ਪੰਜਾਬ ਸਰਕਾਰ ਨੇ ਨਵਾਂ ਫਰਮਾਨ ਜਾਰੀ ਕਰਕੇ ਪੰਜਾਬ ਦੇ ਸਾਰੇ ਖਜ਼ਾਨਾ ਦਫ਼ਤਰਾਂ ਦੀਆਂ ਸਾਰੀਆਂ ਅਦਾਇਗੀਆਂ ਰੋਕ ਦਿੱਤੀਆਂ ਨੇ। ਉਹਦਾ ਕਾਰਨ ਵਿੱਤੀ ਸੰਕਟ ਵੀ ਹੋ ਸਕਦਾ, ਉਹਦਾ ਕਾਰਨ ਜਿਹੜੀ RBI ਦੀਆਂ ਤਨਖਾਹਾਂ ਡਬਲ ਪਾਉਣ ਦਾ ਕਾਰਨ ਵੀ ਹੋ ਸਕਦਾ। ਕਿਸੇ ਵੀ ਤਰ੍ਹਾਂ ਦੀ ਅਦਾਇਗੀ ਜਿਹੜੀ ਹੈ ਖਜ਼ਾਨਾ ਦਫ਼ਤਰਾਂ 'ਚ ਜਾਰੀ ਨਹੀਂ ਹੋ ਰਹੀ। ਹੁਣ ਦੂਸਰੀ ਗੱਲ ਇਹ ਹੈ, ਦੇਖੋ ਕਿੰਨੀ ਅਜੀਬ ਔਰ ਚਿੰਤਾ ਵਾਲੀ ਗੱਲ ਲੱਗਦੀ ਹੈ ਵੀ ਜੇ ਕਿਸਾਨਾਂ ਦੇ ਝੋਨੇ ਦੀ ਗੱਲ ਆਵੇ ਤੇ ਸਰਕਾਰ ਕਵੇ ਤੇ ਕੁਦਰਤੀ ਕਰੋਪੀ ਹੈ, ਅਸੀਂ ਕੀ ਕਰ ਸਕਦੇ ਹਾਂ। ਜੇ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ DA ਦੀ ਗੱਲ ਆਵੇ ਤੇ ਖਜ਼ਾਨਾ ਮੰਤਰੀ ਜੀ ਬੜੇ ਆਰਾਮ ਨਾਲ ਇਹ ਗੱਲ ਕਹਿ ਦੇਣ ਵੀ ਵਿੱਤੀ ਸੰਕਟ ਜਿਹੜਾ ਆ ਬਹੁਤ ਭਾਰੀ ਹੈ, ਜਦੋਂ ਠੀਕ ਹੋਇਆ ਉਦੋਂ ਦੇ ਦਾਂਗੇ। ਪਰ ਮੈਂ ਤੇ ਇਸ ਤੋਂ ਅਗਲੀ ਗੱਲ ਵੀ ਦੱਸਦਾ ਵੀ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਪੰਜਾਬੀਆਂ ਨੂੰ ਹੋਰ ਦੁਖਾਂਤ ਤੋਂ ਗੁਜ਼ਰਨਾ ਪੈਣਾ ਹੈ। ਮੇਰੇ ਖੱਬੇ ਪਾਸੇ ਬੈਠੇ ਨੇ ਆਮ ਆਦਮੀ ਪਾਰਟੀ ਦੇ ਮਿੱਤਰ, ਇਹ ਮੁੱਖ ਵਿਰੋਧੀ ਧਿਰ ਆ। ਪੰਜਾਬ ਦੇ ਲੋਕਾਂ ਦੀ ਸਰਕਾਰ ਤੋਂ ਬਾਅਦ ਬਾਂਹ ਫੜਨ ਵਾਲੀ ਇਹ ਪਾਰਟੀ ਹੈ, ਪਰ ਇਹਨਾਂ ਦੀ ਹਾਲਤ ਇੰਨੀ ਮਾੜੀ ਹੈ, ਇੰਨੀ ਟੁੱਟ ਭੱਜ ਹੈ ਵੀ ਇਹਨਾਂ ਦੀ ਲੀਡਰਸ਼ਿਪ ਨੂੰ ਇੱਕ ਦੂਜੇ ਵਿਰੁੱਧ ਬਿਆਨ ਦੇਣ ਤੋਂ ਬਿਨਾਂ ਹੋਰ ਕੋਈ ਸਮਾਂ ਹੀ ਨਹੀਂਗਾ। ਇੱਧਰ ਸੱਜੇ ਪਾਸੇ ਸਾਥੀ ਬੈਠੇ ਨੇ ਅਕਾਲੀ ਦਲ ਵਾਲੇ। ਅਕਾਲੀ ਦਲ ਵਿੱਚ ਵੀ ਟੁੱਟ ਭੱਜ ਇੰਨੇ ਸਿਖਰ ਤੇ ਪੁੱਜ ਗਈ ਹੈ ਵੀ ਇਹਨਾਂ ਦੀ ਲੀਡਰਸ਼ਿਪ ਨੂੰ ਹੁਣ ਪੰਜਾਬ ਦੀ ਥਾਂ ਆਪਣੀ ਪਾਰਟੀ ਦੀ ਚਿੰਤਾ ਹੈ ਔਰ ਉਹਦਾ ਫਾਇਦਾ ਕਿੰਨੇ ਉਠਾਉਣਾ। ਦੇਖੋ 2019 ਦੀ ਇਲੈਕਸ਼ਨ ਆ ਰਹੀ ਹੈ ਔਰ ਪੰਜਾਬ ਕਾਂਗਰਸ ਦੀ ਸਰਕਾਰ ਹੈ। ਉਹ ਮੈਨੂੰ ਲੱਗਦਾ ਵੀ ਇਹ ਦੋਨੋਂ ਧਿਰਾਂ ਦੀ ਜਿਹੜੀ ਟੁੱਟ ਭੱਜ ਹੈ, ਇਹ ਸਾਰੇ ਪੰਜਾਬੀਆਂ ਲਈ ਵੀ ਦੁਖਾਂਤ ਸਿੱਧ ਹੋਊਗੀ, ਕਿਉਂਕਿ ਸਰਕਾਰ ਨੂੰ ਕਲੀਅਰ ਹੈ
ਵੀ ਸਾਨੂੰ ਤੇ ਕੋਈ ਟੋਕਣ ਵਾਲਾ ਨਹੀਂ, ਸਾਡੀ ਕੋਈ ਬਾਹ ਫੜਨ ਵਾਲਾ ਨਹੀਂ, ਸਾਨੂੰ ਕੋਈ ਰੋਕਣ ਵਾਲਾ ਨਹੀਂਗਾ। ਇਸ ਲਈ ਸਰਕਾਰ ਤਾਂ ਬੜੇ ਆਰਾਮ ਨਾਲ ਕਹੇਗੀ ਕੁਦਰਤੀ ਕਰੋਪੀ ਅਸੀਂ ਕੀ ਕਰੀਏ, ਜਾਂ ਸਰਕਾਰ ਇਹ ਕਹੂਗੀ ਜਦੋਂ ਵਿੱਤੀ ਸੰਕਟ ਦੂਰ ਹੋ ਜਾਏਗਾ, ਜਿਵੇਂ ਸੇਕੜੀ ਸਾਹਿਬ ਕਹਿੰਦੇ ਨੇ ਵੀ ਅਕਾਲੀ ਦਲ ਨੇ ਤੇ ਬਿਮਾਰੀ ਬੜੀ ਵੱਡੀ ਛੱਡਤੀ, ਹਾਲੇ ਤਾਂ ਹੀ ਉਹਦਾ ਇਲਾਜ ਹੀ ਕਰ ਰਹੇ ਆ, ਜਦੋਂ ਉਹਦਾ ਇਲਾਜ ਹੋਊਗਾ ਫਿਰ ਪੰਜਾਬ ਨੂੰ ਦੇਖ ਲਾਂਗੇ। ਸੋ ਇਹ ਸਾਰੀ ਸਥਿਤੀ ਤੋਂ ਲੱਗਦਾ ਵੀ ਆਉਣ ਵਾਲਾ ਸਮਾਂ ਪੰਜਾਬੀਆਂ ਲਈ ਹੋਰ ਮਾੜਾ ਹੋ ਸਕਦਾ। ਮੇਰੇ ਕੋਲ ਟਾਈਮ ਘੱਟ ਹੈ, ਸਿੱਧੂ ਸਾਹਿਬ ਆਖਰੀ ਸਟੇਟਮੈਂਟ ਫਿਰ ਖਤਮ ਕਰਾਂ। ਮੈਂ ਦੱਸਣਾ ਚਾਹੁੰਦਾ ਤਰਲੋਚਨ ਸਿੰਘ ਜੀ ਨੂੰ ਕਿ ਆਪਸੀ ਬਿਆਨਬਾਜ਼ੀ ਦੀ ਗੱਲ ਤਾਂ ਅਲੱਗ ਹੈ, ਪਰ ਆਮ ਆਦਮੀ ਪਾਰਟੀ ਜਿਹੜੇ ਮੁੱਦੇ ਆ ਲੋਕਾਂ ਦੇ ਉਹ ਉਠਾ ਰਹੀ ਆ। ਚਾਹੇ ਗੱਲ ਉਹ ਕਿਸਾਨਾਂ ਦੀ ਹੋਵੇ, ਉੱਥੇ ਵੀ ਅਸੀਂ ਮੰਡੀਆਂ ਦੇ ਵਿੱਚ ਜਾ ਕੇ ਰੋਸ ਪ੍ਰਦਰਸ਼ਨ ਵੀ ਕਿੱਥੇ ਆ ਜਿੱਥੇ ਕਿਸਾਨਾਂ ਨਾਲ ਧੱਕਾ ਹੁੰਦਾ ਸੀ। ਚਾਹੇ ਉਹ ਗੱਲ ਟੀਚਰਾਂ ਦੀ ਹੋਵੇ, ਅਸੀਂ ਉਹਨਾਂ ਦੇ ਧਰਨਿਆਂ ਦੇ ਵਿੱਚ ਵੀ ਸ਼ਾਮਲ ਹੋਏ ਆ। ਸੋ ਆਮ ਆਦਮੀ ਪਾਰਟੀ ਆ 2019 ਦੀਆਂ ਚੋਣਾਂ ਦੇ ਵਿੱਚ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਜਿਹੜੀਆਂ ਪੁਰਾਣੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਦੇ ਕਾਰਨ ਪੰਜਾਬ ਦਾ ਇਹ ਮਾੜਾ ਹਾਲ ਹੋਇਆ, ਤਾਂ 2019 ਦੇ ਵਿੱਚ ਵੀ ਤਾਂ ਅੱਗੇ 22 ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਜਿਹੜਾ ਮੌਕਾ ਦੇਣਾ ਚਾਹੀਦਾ। ਸੋ ਇਹਨਾਂ ਦੀ ਜਿਹੜੇ ਇਹ ਇੰਨਾ ਲੰਮਾ ਸਮਾਂ 70 ਸਾਲ ਦਿੱਤੇ ਨੇ, ਮੁੱਖ ਵਿਰੋਧੀ ਧਿਰ ਬਣਾ ਕੇ ਤਾਂ ਅਸੀਂ ਮੁੱਦੇ ਉਠਾ ਵੀ ਰਹੇ ਹਾਂ। ਅਸੀਂ ਮੁੱਦੇ ਜਿਵੇਂ ਮੇਰੇ ਸਾਥੀ ਪਰਮਜੀਤ ਜੀ ਨੇ ਕਿਹਾ, ਪਾਰਟੀ ਦੀ ਭੂਮਿਕਾ ਜਿਹੜੀ ਮੁੱਖ ਵਿਰੋਧੀ ਧਿਰ ਵਾਂਗੂ ਨਿਭਾਈ ਨਹੀਂ ਗਈ ਨਾ। ਨਹੀਂ, ਅਸੀਂ ਨਿਭਾ ਰਹੇ ਹਾਂ ਜੀ। ਜੇ ਅਸੀਂ ਨਾ ਆਉਂਦੇ ਤੇ ਸਾਡੀ ਸਿਆਸਤ ਦੇ ਵਿੱਚ ਇੰਨੀ ਉਥਲ ਪੁਥਲ ਹੈ ਤਾਂ ਦੋਵੇਂ ਪਾਰਟੀਆਂ ਰਲ ਕੇ ਚੱਲਦੀਆਂ ਸੀ। ਆ ਸਾਡੇ ਆਉਣ ਨਾਲ ਹੀ ਆ ਜਿਹੜੀ ਰਲ ਕੇ ਚੱਲਦੀਆਂ ਤਾਂ ਹੁਣ ਵੀ ਰਲ ਕੇ ਚੱਲ ਰਹੀਆਂ ਨੇ। ਚਲੋ ਠੀਕ ਹੈ। ਵਿਧਾਨ ਸਭਾ ਦੇ ਵਿੱਚ ਸਿੱਧੂ ਸਾਹਿਬ ਤੁਹਾਡਾ ਲੋਕਾਂ ਨੇ ਹਾਲ ਦੇਖੇ ਲਿਆ ਵੀ ਤੁਸੀਂ ਔਰ ਕਾਂਗਰਸ ਕਿੰਨਾ ਕੁ ਮਿਲ ਕੇ ਚੱਲ ਰਹੇ ਆ। ਚਲੋ ਠੀਕ ਹੈ, ਇਸੇ ਕਰਕੇ ਲੋਕਾਂ ਦਾ ਇਹ ਬੁਰਾ ਹਾਲ ਹੋਇਆ ਵਾ। ਠੀਕ ਹੈ, ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ। ਔਰ ਮੁੱਖ ਦੀ ਗੱਲ ਜਿਹੜੀ ਨਜ਼ਰ ਆ ਰਹੀ ਉਹ ਇਹੀ ਹੈ ਕਿ ਇਹ ਸਾਰੀਆਂ ਧਿਰਾਂ ਨੇ ਜਿਹੜੀਆਂ ਇਹ ਹਾਲ ਫਿਲਹਾਲ ਤਾਂ ਬਹੁਤ ਦੁਖੀ ਨੇ। ਸਰਕਾਰ ਦੇ ਕੋਲ ਬਹਾਨਾ ਭਾਵੇਂ ਕੁਦਰਤ ਦਾ ਹੋਵੇ ਭਾਵੇਂ ਖਜ਼ਾਨਾ ਖਾਲੀ ਦਾ ਹੋਵੇ, ਸਰਕਾਰ ਹਲੇ ਇਹੀ ਤਰਕ ਦਿੰਦੀ ਹੋਈ ਨਜ਼ਰ ਆ ਰਹੀ ਹੈ। ਪਰ ਇਹਨਾਂ ਸਮੱਸਿਆਵਾਂ ਦਾ ਹੱਲ ਕਦੋਂ ਤੇ ਕਿਵੇਂ ਹੋਏਗਾ ਇਹ ਹਲੇ ਕਿਸੇ ਨੂੰ ਵੀ ਨਹੀਂ ਸ਼ਾਇਦ ਪਤਾ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।